ਭਾਰਤ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਸਿੱਕਾ ਬਣਿਆ ਸੀ ਤੇ ਹੁਣ ਤੱਕ ਦੇ ਜਿਹੜੇ ਸਿੱਕੇ ਨੇ ਸਾਰੀ ਕਲੈਕਸ਼ਨ ਭਾਈ ਸਾਹਿਬ ਕੋਲ ਹੈਗੀ ਹੈ। 2700 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਹੋਈਆਂ ਨੇ ਮੇਰੇ ਕੋਲ ਸਾਰਿਆਂ ਦੇ ਸਿੱਕੇ ਹੈਗੇ ਆ ਜੀ। ਫੁੱਲ ਕਲੈਕਸ਼ਨ ਦੀ ਮਤਲਬ ਡਿਸਪਲੇ ਕਰਨ ਵਾਸਤੇ ਕੋਈ ਸੱਦਾ ਪੱਤਰ ਦਵੇ ਤਾਂ ਮੈਂ 200 ਟੇਬਲ ਤੇ ਇਕੱਲਾ ਲਾ ਸਕਦਾ ਜੀ। ਤੇ ਉਹਦੇ ਵਿੱਚੋਂ ਇਹ ਮੈਨੂੰ ਹੱਥ ਲਿਖਤ ਜਿਹੜਾ 10ਵਾਂ ਗ੍ਰੰਥ ਆ ਇਹ ਰੱਦੀ ਦੇ ਵਿੱਚ ਕਿਸੇ ਨੇ ਵੇਚਿਆ ਹੋਇਆ ਮਿਲਿਆ। ਇਹ ਤਮਿਲ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ, ਮਿਲੀ ਕਿੱਥੋਂ ਹੈ ਤੁਹਾਨੂੰ ਇੰਨੀ ਪੁਰਾਤਨ 900 ਸਾਲ ਪੁਰਾਣੀ? ਸਿੱਖ ਰੂਲਰ ਮਹਾਰਾਜਾ ਰਣਜੀਤ ਸਿੰਘ, ਸਾਰੇ ਵਾਕਿਫ ਹੋਣਗੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਦੇ ਇਸ ਦੁਨੀਆ ਤੇ ਸੀਗਾ। ਤੇ ਇਸ ਤਰ੍ਹਾਂ ਦੇ ਜਿਹੜੇ ਛੋਟੇ ਸਰੂਪ ਨੇ ਉਹ ਮੁਸਲਮਾਨਾਂ ਵਾਸਤੇ ਕੁਰਾਨ, ਹਿੰਦੂਆਂ ਵਾਸਤੇ ਗੀਤਾ ਤੇ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦਿੱਤੇ ਸੀ। ਇਹ ਕਿਹੜਾ ਗ੍ਰੰਥ? ਨਾ ਤਾਂ ਪੰਜਾਬ ਸਰਕਾਰ ਨੇ, ਨਾ ਸਾਡੇ ਸ਼ਹਿਰ ਦੇ ਕੋਈ ਕਿਸੇ ਐਮਸੀ ਨੇ, ਨਾ ਕਿਸੇ ਸ਼ਹਿਰ ਦੇ ਇਲਾਕੇ ਦੇ ਇਸ ਐਮਐਲਏ ਜਾਂ ਐਮਪੀ ਨੇ ਅੱਜ ਤੱਕ ਕਦੇ ਸ਼ਾਬਾਸ਼ ਤੱਕ ਨਹੀਂ ਦਿੱਤੀ। ਪਰਿਵਾਰ ਦਾ ਪੂਰਾ ਸਾਥ ਹੈ? ਪਰਿਵਾਰ ਵਾਲੇ ਤਾਂ ਨਹੀਂ ਟੋਕਦੇ? ਪਹਿਲਾਂ ਤਾਂ ਮਾਹੌਲ ਗਰਮੀ ਰਹਿੰਦਾ ਸੀਗਾ ਜੀ। ਪੰਜਾਬੀ ਦੇ ਵਿੱਚ ਲਿਖੀ ਹੋਈ ਗੀਤਾ ਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਡਾ ਇੱਕ ਨਾਰਾ ਬਣਾਇਆ, ਸੇਵ ਕੋਇਨ ਸੇਵ ਹੈਰੀਟੇਜ। ਸਿੱਕਾ ਨਹੀਂ ਮੈਲਟ ਹੋਇਆ, ਉਹ ਆਪਣਾ ਇਤਿਹਾਸ ਮੈਲਟ ਹੋ ਗਿਆ। ਇਹ ਕੈਪਟਨ ਸਾਹਿਬ ਦੀ ਸਰਕਾਰ ਹੈ, ਹੁਣ ਅੱਗੇ ਪਤਾ ਨਹੀਂ ਕਿਹਦੀ ਆਉਣੀ ਹੈ, ਤਾਂ ਅਸੀਂ ਜ਼ਰੂਰ ਅਪੀਲ ਕਰਾਂਗੇ ਕਿ ਸਰਕਾਰ ਦੇ ਵੱਲੋਂ ਇਹ ਉਪਰਾਲਾ ਜ਼ਰੂਰ ਕੀਤਾ ਜਾਣਾ ਚਾਹੀਦਾ। ਭਾਈ ਪਰਮਿੰਦਰ ਸਿੰਘ ਨੇ ਕੰਮ ਤਾਂ ਸਾਰਾ ਕਰ ਦਿੱਤਾ, ਉਹਨੂੰ ਸਿਰਫ ਸਜਾ ਕੇ ਰੱਖਣ ਲਈ ਇੱਕ ਥਾਂ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹੋਏ ਹਾਂ ਪੰਜਾਬ ਦੇ ਸ਼ਹਿਰ ਮੰਡੀ ਅਹਿਮਦਗੜ੍ਹ ਦੇ ਵਿੱਚ। ਇੱਥੇ ਅਸੀਂ ਤੁਹਾਨੂੰ ਮਿਲਾਵਾਂਗੇ ਉਸ ਸ਼ਖਸ ਦੇ ਨਾਲ, ਉਸ ਇਨਸਾਨ ਦੇ ਨਾਲ ਜਿਸ ਨੇ ਬਹੁਤ ਹੀ ਕਾਬਿਲੇ ਤਾਰੀਫ ਕੰਮ ਕੀਤਾ ਹੈ। ਆਪਾਂ ਉਹਨੂੰ ਸ਼ੌਂਕ ਵੀ ਕਹਿ ਸਕਦੇ ਹਾਂ ਤੇ ਉਸ ਚੀਜ਼ ਨੂੰ ਆਪਾਂ ਜਨੂਨ ਵੀ ਕਹਿ ਸਕਦੇ ਹਾਂ। ਪੁਰਾਣੇ ਤੋਂ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਤੇ ਉਹਨਾਂ ਨੂੰ ਸਾਂਭ ਕੇ ਰੱਖਣਾ। ਵਿਰਾਸਤ ਦਾ ਅੱਜ ਕੱਲ੍ਹ ਬੜਾ ਰੌਲਾ ਪਿਆ ਹੋਇਆ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਵਿਰਾਸਤੀ ਇਮਾਰਤਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਸੰਘਰਸ਼ ਚੱਲ ਰਿਹਾ ਹੈਗਾ ਤੇ ਵਿਰਾਸਤ ਨੂੰ ਸਾਂਭਣਾ ਕਿੰਨਾ ਕੁ ਕੀਮਤੀ ਹੁੰਦਾ ਹੈ ਤੇ ਕਿੰਨਾ ਕੁ ਜ਼ਰੂਰੀ ਹੁੰਦਾ ਹੈ, ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਆਪਾਂ ਜਾਣਾਂਗੇ ਵੀ ਤੇ ਵਿਰਾਸਤੀ ਚੀਜ਼ਾਂ ਨੂੰ ਆਪਾਂ ਦਿਖਾਵਾਂਗੇ ਵੀ। ਮੰਡੀ ਅਹਿਮਦਗੜ੍ਹ ਦੀਆਂ ਜਿਹੜੀਆਂ ਕਾਫੀ ਖਾਸੀਅਤਾਂ ਹੈਗੀਆਂ ਨੇ ਸ਼ਾਇਦ ਤੁਹਾਨੂੰ ਪਤਾ ਹੀ ਹੋਣਗੀਆਂ। ਇੱਕ ਇੱਥੇ ਇਹੋ ਜਿਹਾ ਚੌਂਕ ਹੈਗਾ ਮੰਡੀ ਅਹਿਮਦਗੜ੍ਹ ਦੇ ਵਿੱਚ ਜਿੱਥੋਂ 8 ਰਾਹ ਨਿਕਲਦੇ ਨੇ। ਦੁਨੀਆ ਦਾ ਇੱਕੋ ਇੱਕ ਚੌਂਕ ਹੈ ਜਿਹੜਾ ਉਹ ਮੰਡੀ ਅਹਿਮਦਗੜ੍ਹ ਦੇ ਵਿੱਚ ਹੈ। ਤੇ ਦੂਸਰਾ ਅਸੀਂ ਜਿਹੜੀ ਥਾਂ ਤੇ ਪਹੁੰਚੇ ਹਾਂ ਭਾਈ ਪਰਮਿੰਦਰ ਸਿੰਘ ਦਾ ਘਰ ਹੈ। ਭਾਈ ਪਰਮਿੰਦਰ ਸਿੰਘ ਨੂੰ ਮਿਲਾਵਾਂਗੇ ਜਿਨ੍ਹਾਂ ਨੇ ਅੱਜ ਤੱਕ ਦੇ ਜਿੰਨੇ ਵੀ ਸਿੱਕੇ ਭਾਰਤ ਦੇ ਵਿੱਚ ਬਣੇ ਨੇ ਤੇ ਚੱਲੇ ਨੇ, ਜਿੰਨੀ ਵੀ ਕਰੰਸੀ ਹੁਣ ਤੱਕ ਬਣੀ ਹੈ, ਉਹ ਸਾਰੇ ਸਿੱਕੇ ਉਹਨਾਂ ਨੇ ਸਾਂਭ ਕੇ ਰੱਖੇ ਹੋਏ ਨੇ ਇੱਕ ਵੱਡੇ ਖਜ਼ਾਨੇ ਦੇ ਵਾਂਗ। ਦੂਸਰੇ ਨੰਬਰ ਤੇ ਪੁਰਾਤਨ ਹੱਥ ਲਿਖਤ ਪੋਥੀਆਂ ਸਾਂਭ ਕੇ ਰੱਖੀਆਂ ਨੇ, ਜਿਨ੍ਹਾਂ ਵਿੱਚ ਸਿਰਫ ਸਿੱਖ ਧਰਮ ਦੀਆਂ ਹੀ ਨਹੀਂ ਹੋਰ ਧਰਮਾਂ ਦੀਆਂ ਵੀ ਹੱਥ ਲਿਖਤ ਪੋਥੀਆਂ ਨੇ। ਪੁਰਾਣੇ ਸ਼ਸਤਰ ਹੋਣ ਜਾਂ ਫਿਰ ਪੇਂਡੂ ਸੱਭਿਆਚਾਰ ਦੀਆਂ ਨਿਸ਼ਾਨੀਆਂ ਹੋਣ, ਉਹ ਸਾਰੀਆਂ ਨੇ। ਭਾਈ ਪਰਮਿੰਦਰ ਸਿੰਘ ਸਾਡੇ ਨਾਲ ਨੇ, ਅਸੀਂ ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਹਾਂ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਬਹੁਤ-ਬਹੁਤ ਧੰਨਵਾਦ ਜੀ। ਜੀ ਸੋ ਭਾਈ ਸਾਹਿਬ, ਇਹ ਸਾਰਾ ਜਿਹੜਾ ਖਜ਼ਾਨਾ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੋਥੀਆਂ ਦਿਖਾਵਾਂਗੇ ਕਿਉਂਕਿ ਖਜ਼ਾਨਾ ਬਹੁਤ ਵੱਡਾ ਹੈਗਾ। ਇੱਕੋ ਵਾਰੀ 'ਚ ਸਾਰਾ ਸਮਾਨ, ਸਾਰਾ ਜਿਹੜਾ ਪੁਰਾਤਨ ਅਸੀਂ ਨਹੀਂ ਦਿਖਾ ਸਕਦੇ। ਭਾਈ ਸਾਹਿਬ, ਸਭ ਤੋਂ ਪੁਰਾਣੀ ਪੋਥੀ ਜਾਂ ਪੁਰਾਣਾ ਗ੍ਰੰਥ ਕਿਹੜਾ ਹੈ? ਜੀ, ਜਿਹੜਾ ਮੇਰੀ ਕਲੈਕਸ਼ਨ ਦੇ ਵਿੱਚ ਸਭ ਤੋਂ ਪੁਰਾਣਾ ਗ੍ਰੰਥ ਆ ਉਹ ਰਿਗਵੇਦ ਆ ਜੀ। ਰਿਗਵੇਦ ਲਗਭਗ ਜਿਹੜਾ ਮੇਰੇ ਕੋਲ ਇਹ ਹੈਗਾ ਇਹ 400 ਸਾਲ ਦਾ ਪੀਰੀਅਡ ਆ ਤੇ ਜਿਹੜਾ ਕਿ ਕਾਗਜ਼ ਤੇ ਬਣਿਆ। ਜੇ ਇਸ ਤੋਂ ਮਤਲਬ ਆਪਾਂ ਬਿਲਕੁਲ ਪੁਰਾਤਨ ਦੀ ਗੱਲ ਕਰੀਏ ਤਾਂ ਪੱਤਿਆਂ ਦੇ ਉੱਪਰ ਲਿਖੀ ਹੋਈ ਰਾਮਾਇਣ। ਰਿਗਵੇਦ ਤੁਸੀਂ ਇਸ਼ਾਰਾ ਕਰਕੇ ਦੱਸੋਗੇ? ਜੀ ਬਿਲਕੁਲ ਜੀ, ਇਹ ਰਿਗਵੇਦ ਆ ਜੀ ਤੇ ਇਹਦਾ ਜਿਹੜਾ ਪੀਰੀਅਡ ਆ ਲਗਭਗ 400 ਸਾਲ ਆ ਜੀ। ਤੇ ਜਿਹੜੇ ਮਤਲਬ ਕਾਗਜ਼ ਦੇ ਉੱਪਰ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਇਹ ਸਾਰਿਆਂ ਨਾਲੋਂ ਮਤਲਬ ਪੁਰਾਤਨ ਆ।
ਤੇ ਬਾਕੀ ਇਸ ਤੋਂ ਇੱਕ ਪੁਰਾਤਨ ਮੇਰੇ ਕੋ ਹੈ ਜੀ, ਪੱਤਿਆਂ ਦੇ ਉੱਪਰ ਲਿਖੀ ਹੋਈ ਰਾਮਾਇਣ ਜੀ ਤੇ ਪੱਤਿਆਂ ਦੇ ਉੱਪਰ ਲਿਖੀ ਰਾਮਾਇਣ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਤਾੜ ਪੱਤਰ। ਠੀਕ ਹੈ ਤਾੜ ਪੱਤਰ ਮੇਰੇ ਕੋ ਹੈ ਜੀ। ਜੀ ਜੀ ਬਿਲਕੁਲ ਇਹ ਵਾਲਾ ਤੁਸੀਂ ਕਹਿ ਰਹੇ ਹਾਂਜੀ, ਇਹ ਪੱਤਿਆਂ ਦੇ ਉੱਪਰ ਲਿਖੀ ਹੋਈ ਰਾਮਾਇਣ ਆ ਜੀ। ਤੇ ਇਹ ਤਾਮਿਲ ਭਾਸ਼ਾ ਦੇ ਵਿੱਚ ਇਹ ਪੱਤੇ ਨੇ ਜੀ, ਤਾੜ ਦੇ ਪੱਤੇ, ਜਿਨ੍ਹਾਂ ਦੀ ਸ਼ਰਾਬ ਬਣਦੀ ਹੈ, ਜਿਹਦੀ ਦਾਰੂ ਬਣਦੀ ਹੈ। ਕਿਉਂਕਿ ਤਾੜ ਦੇ ਪੱਤੇ ਜਿਹੜੇ ਹੁੰਦੇ ਆ ਉਹ ਕੌੜੇ ਹੋਣ ਕਰਕੇ ਇਹਨਾਂ ਨੂੰ ਜਾਨੀ ਕੋਈ ਜਾਨਵਰ ਨਹੀਂ ਲੱਗਦਾ, ਕੋਈ ਕੀੜਾ ਨਹੀਂ ਲੱਗਦਾ, ਜਾਨੀ ਖਰਾਬ ਨਹੀਂ ਹੁੰਦਾ ਇਹ। ਤੇ ਇਸ ਦੇ ਤਾੜ ਦੇ ਪੱਤਿਆਂ ਦੇ ਉੱਪਰ ਲਿਖੀ ਹੋਈ ਰਾਮਾਇਣ ਹੈਗੀ ਹੈ ਜੀ। ਇਹ ਕਿੰਨੀ ਕੁ ਪੁਰਾਣੀ ਹੋਊ? ਇਹਦਾ ਲਗਭਗ ਪੀਰੀਅਡ ਹੈਗਾ ਜੀ 900 ਸਾਲ ਲਗਭਗ। 900 ਸਾਲ ਮਤਲਬ ਬਹੁਤ ਹੀ ਅਦਭੁਤ ਹੈ ਕਿ 900 ਸਾਲ ਦੇ ਹਜੇ ਤਾੜ ਦੇ ਪੱਤੇ ਉਸੇ ਤਰ੍ਹਾਂ ਪਏ ਨੇ। ਜੀ ਜੀ ਬਿਲਕੁਲ, ਕਿਉਂਕਿ ਇਹਦਾ ਜਿਹੜਾ ਮਤਲਬ ਪੱਤਾ ਆ ਜਾਂ ਇਹਦੀ ਦਰਖਤ ਦੇ ਵਿੱਚ ਕੜੱਤਣ ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਇਹਨੂੰ ਜਾਨਵਰ ਨਹੀਂ ਕੋਈ ਪੈਂਦਾ ਜੀ। ਠੀਕ ਹੈ, ਤੇ ਇਹਦੀ ਸਾਂਭ ਸੰਭਾਲ ਲਈ ਕੁਝ ਖਾਸ ਕਰਨਾ ਪੈਂਦਾ? ਨਹੀਂ ਜੀ, ਇਹਦੇ ਸਾਈਡਾਂ ਤੇ ਦੋ ਲੱਕੜ ਦੀਆਂ ਫੱਟੀਆਂ ਲੱਗੀਆਂ ਜਿਹੜੀਆਂ ਮਤਲਬ ਇਹਨੂੰ ਮਤਲਬ ਕਹ ਲਓ ਵੀ ਸਪੋਰਟ ਕਰਕੇ ਰੱਖਦੀਆਂ, ਤਾਂ ਕਿ ਇਹ ਪੱਤਰਾ ਜਿਹੜਾ ਕਾਗਜ਼ ਆ ਜਿਹੜਾ ਪੱਤਾ ਹੈ ਜਿਹੜਾ ਟੁੱਟੇ ਨਾ। ਤੇ ਇਹ ਤਮਿਲ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ, ਮਿਲੀ ਕਿੱਥੋਂ ਹੈ ਇਹ ਤੁਹਾਨੂੰ ਇੰਨੀ ਪੁਰਾਤਨ 900 ਸਾਲ ਪੁਰਾਣੀ? ਇਹ ਮੇਰਾ ਦੋਸਤ ਆ ਜੀ, ਉਹ ਸਾਊਥ ਦੇ ਵਿੱਚ ਨੌਕਰੀ ਕਰਦਾ ਸੀ ਤੇ ਉਸ ਨੇ ਮੇਰੇ ਨੂੰ ਮਤਲਬ ਫੋਟੋ ਭੇਜੀ ਵੀ ਇਸ ਤਰ੍ਹਾਂ ਕਿਸੇ ਬੰਦੇ ਦੇ ਕੋਲੇ ਇੱਥੇ ਸਾਊਥ ਦੇ ਵਿੱਚ ਆਹ ਚੀਜ਼ ਪਈ ਆ। ਤੇ ਫਿਰ ਉਹਦੇ ਨਾਲ ਗੱਲਬਾਤ ਕੀਤੀ ਤੇ ਮੈਂ ਕਿਹਾ ਜੀ ਵੀ ਮੈਂ ਇਸ ਤਰ੍ਹਾਂ ਕਲੈਕਸ਼ਨ ਕਰਦਾ, ਕਿਉਂਕਿ ਉਹ ਉਧਰਲੀ ਭਾਸ਼ਾ ਜਾਣਦਾ ਸੀ। ਉਹਨੇ ਮਤਲਬ ਉਹਦੇ ਨਾਲ ਗੱਲਬਾਤ ਕਰਕੇ ਫਿਰ ਉਹ ਮੈਨੂੰ ਦਵਾਈ ਤੇ ਫਿਰ ਉਥੋਂ ਬਾਇਆ ਕੋਰੀਅਰ ਮੇਰੇ ਕੋਲ ਜਾਨੀ ਕਿ ਇਹ ਆ ਗਈ ਸੀ ਜੀ। ਜੀ ਤੇ ਭਾਈ ਸਾਹਿਬ ਇਹਨਾਂ ਦੀ ਕੀਮਤ ਵੀ ਤਾਰਨੀ ਪੈਂਦੀ ਹੈ ਤੁਹਾਨੂੰ? ਹਾਂਜੀ, ਬਹੁਤ ਲੋਕ ਜਿਹੜੇ ਨੇ ਵੀ ਪੈਸੇ ਵੀ ਮੰਗਦੇ ਵੀ ਅਸੀਂ ਤਾਂ ਇੰਨੇ ਰੁਪਏ ਲੈਣੇ ਆ ਜਾਂ ਇੰਨੇ ਹਜ਼ਾਰ ਲੈਣਾ ਜਾਂ ਇੰਨੇ ਲੱਖ ਲੈਣਾ। ਤੇ ਮਤਲਬ ਕੁਝ ਬੰਦੇ ਹੁੰਦੇ ਆ ਵੀ ਜਿਹੜੇ ਮਤਲਬ ਫ੍ਰੀ ਵੀ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਇਹਨਾਂ ਚੀਜ਼ਾਂ ਦੀ ਸਾਂਭ ਸੰਭਾਲ ਨਹੀਂ ਕਰ ਸਕਦੇ, ਵੀ ਇਹ ਬੰਦਾ ਇਸ ਤਰ੍ਹਾਂ ਦੀ ਚੀਜ਼ਾਂ ਦੀ ਸਾਂਭ ਸੰਭਾਲ ਕਰਦਾ, ਆਪਣੇ ਵਿਰਸੇ ਨੂੰ ਸਾਂਭ ਰਿਹਾ, ਤੇ ਉਹ ਫਿਰ ਮਤਲਬ ਆਪਾਂ ਨੂੰ ਹਾਂਜੀ ਦੇ। ਤੇ ਸਭ ਤੋਂ ਮਹਿੰਗਾ ਗ੍ਰੰਥ ਕਿਹੜਾ ਖਰੀਦਿਆ ਤੁਸੀਂ ਇਹਨਾਂ ਸਾਰਿਆਂ ਚੋਂ, ਪੋਥੀਆਂ ਚੋਂ? ਗੱਲ ਐ ਜੀ ਵੀ ਜਿਹੜਾ ਕੋਈ ਵੀ ਗ੍ਰੰਥ ਜਾਂ ਕੋਈ ਵੀ ਸਿੱਕਾ ਜਿਹੜਾ ਸਿੰਗਲ ਹੋਊਗਾ, ਘੱਟ ਗਿਣਤੀ ਦੇ ਵਿੱਚ ਬਣਿਆ ਹੋਊਗਾ, ਉਹ ਰੇਅਰ ਹੋਊਗਾ, ਉਹਦੀ ਕੀਮਤ ਤਾਂ ਦੇਖੋ ਆਪਦੀ ਆ, ਕਿਉਂਕਿ ਉਹਦਾ ਕੋਈ MRP ਤਾਂ ਹੈ ਨਹੀਂਗਾ। ਮਤਲਬ ਇਹ ਹਰੇਕ ਦੇ ਉੱਪਰ ਆ ਵੀ ਕੋਈ ਉਹਦਾ ਲੱਖ ਵੀ ਮੰਗ ਸਕਦਾ, ਉਹਦਾ ਕਰੋੜ ਵੀ ਮੰਗ ਸਕਦਾ, ਉਹਦਾ ਕੁਝ ਵੀ ਮੰਗ ਸਕਦਾ, ਪਰ ਬੇਸ਼ਕੀਮਤੀ ਆ। ਪਰ ਐਂ ਆ ਵੀ ਮੇਰੇ ਕੋਲ ਜਿਹੜੀ ਸਾਰਿਆਂ ਨਾਲੋਂ ਵਧੀਆ ਜਾਨੀ ਕਹਿ ਸਕਦੇ ਆ, ਜਾਂ ਕਹਿ ਲਓ ਵੀ ਅੱਜ ਦੀ ਤਰੀਕ ਦੇ ਵਿੱਚ ਕਾਫੀ ਜ਼ਿਆਦਾ ਜਾਨੀ ਯੂਨੀਕ ਜਿਹੜੀ ਕਲੈਕਸ਼ਨ ਆ, ਉਹਦੇ ਵਿੱਚ ਇਹ ਮੇਰੇ ਕੋਲ ਗੀਤਾ ਆ ਜੀ। ਇਹ ਜਿਹੜੀ ਗੀਤਾ, ਇਹ ਮੈਂ ਤੁਹਾਨੂੰ ਅੱਗੇ ਤੋਂ ਦਿਖਾਉਣਾ ਜੀ ਨੂੰ। ਇਹ ਗੀਤਾ ਪੰਜਾਬੀ ਦੇ ਵਿੱਚ ਲਿਖੀ ਹੋਈ ਗੀਤਾ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਓਮ ਸਤਿ ਸ਼੍ਰੀ ਗਣੇਸ਼ਾਏ ਨਮः। ਸ਼੍ਰੀ ਭਗਵਤ ਗੀਤਾ ਟੀਕਾ ਲਿਖਿਆ ਤੇ ਅਧਿਆਉ 18 ਮਹਾਤਮ ਸਮੇਤ। ਤੇ ਇਹ ਗੀਤਾ ਜਿਹੜੀ ਆ, ਇਹ ਜੰਮੂ ਦੇ ਰਾਜਾ ਮਹਾਰਾਜਾ ਗੁਲਾਬ ਸਿੰਘ ਨੇ ਭਾਈ ਕੇਸਰ ਸਿੰਘ ਤੋਂ 1840 ਦੇ ਵਿੱਚ ਲਿਖਾਈ ਸੀ। ਇਹਦੇ ਪਿਛਲੇ ਪਾਸੇ ਮੈਂਸ਼ਨ ਹੋਇਆ ਜੀ। ਤੇ ਪੂਰੇ ਦੁਨੀਆ ਦੇ ਵਿੱਚ ਜਿੰਨੇ ਵੀ ਅੱਜ ਤੱਕ ਗ੍ਰੰਥ ਮਿਲੇ ਨੇ ਜੀ, ਉਹ ਜਾਨੀ 5 ਜਾਂ 6 ਫੋਟੋਆਂ ਵਾਲੇ ਮਿਲੇ ਨੇ। ਇਹਦੇ ਵਿੱਚ ਜਿਹੜੀਆਂ ਫੋਟੋਆਂ ਨੇ ਜੀ, ਉਹ 20 ਫੋਟੋਆਂ ਨੇ ਜੀ ਵਿਦ 골ਡ ਵਰਕ। ਜਿਸ ਤਰ੍ਹਾਂ ਆਹ ਕੰਬਲੀ ਭੂਰੀ ਪਾਈ ਹੋਈ ਆ, ਦਸਤਾਰ ਆ, ਇਹ ਸਾਰਾ ਸੋਨਾ ਲੱਗਿਆ ਹੋਇਆ ਜੀ ਇਹਦੇ 'ਚ। ਅੱਛਾ, ਇਹ ਸੋਨਾ ਹੈ? ਇਹਦਾ ਤੁਸੀਂ ਪਰਖ ਕਰਾਈ ਹੈਗੀ ਆ? ਸੋਨੇ ਦਾ ਝੋਲ ਜਿਹਨੂੰ ਆਪਾਂ ਕਹਿੰਦੇ ਆ। ਹਾਂਜੀ ਹਾਂਜੀ, ਸੋਨੇ ਦੀ ਸਿਹਾਈ ਦੇ ਦੇਖੋ ਇਹ ਚਮਕ ਮਾਰ ਰਹੀ ਆ, ਤੇ ਇਹ ਸੋਨੇ ਦਾ ਮਤਲਬ ਕੰਮ ਹੋਇਆ। ਜਿਸ ਤਰ੍ਹਾਂ ਇਹਦੇ 'ਚ 20 ਫੋਟੋਆਂ ਨੇ ਜੀ। ਅੱਜ ਤੱਕ ਦੁਨੀਆ ਜਿੰਨੇ ਵੀ ਗ੍ਰੰਥ ਮਿਲੇ ਨੇ, ਉਹ 5 ਜਾਂ 6 ਫੋਟੋਆਂ ਵਾਲੇ ਮਿਲੇ ਨੇ ਜੀ, ਜ਼ਿਆਦਾ ਤੋਂ ਜ਼ਿਆਦਾ ਇੱਕ ਗ੍ਰੰਥ ਦੇ ਵਿੱਚ। ਇਹਦੇ ਵਿੱਚ 20 ਫੋਟੋਆਂ ਨੇ ਜੀ, ਤੇ 20 ਦੀਆਂ 20 ਮਤਲਬ ਸੋਨੇ ਦਾ ਕੰਮ ਹੋਇਆ ਜੀ ਇਹਦਾ 'ਚ। ਤੇ ਇਹ ਮਤਲਬ ਸਾਰਿਆਂ ਨਾਲੋਂ ਰੇਅਰ ਪੋਥੀ ਹੈ ਜੀ, ਕਿਉਂ ਜਦੋਂ ਮੈਂ ਐਗਜੀਬਿਸ਼ਨ ਲਾਉਣਾ ਤਾਂ ਬਹੁਤ ਲੋਕ ਜਾਨੀ ਜ਼ਿਆਦਾਤਰ ਲੋਕ ਜਿਹੜੇ ਆ, ਉਹ ਇਸ ਪੋਥੀ ਬਾਰੇ ਗੱਲ ਕਰਦੇ ਆ ਜੀ। ਤੇ ਇਹ ਤੁਹਾਨੂੰ ਮਿਲੀ ਕਿੱਥੋਂ ਇਹ ਇੰਨੀ ਕੀਮਤੀ ਪੋਥੀ? ਜਿਸ ਤਰ੍ਹਾਂ ਮੈਂ ਹੁਣ ਸਕੂਲਾਂ, ਕਾਲਜਾਂ, ਗੁਰਦੁਆਰੇ, ਮੰਦਿਰਾਂ ਦੇ ਵਿੱਚ ਮੈਂ ਪ੍ਰਦਰਸ਼ਨੀਆਂ ਲਾਉਣਾ ਜੀ, ਤਾਂ ਕਿ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜ ਸਕੀਏ, ਆਪਣੇ ਵਿਰਸੇ ਨਾਲ ਜੋੜ ਸਕੀਏ। ਤੇ ਉੱਥੇ ਇਹ ਮਤਲਬ ਕਿਸੇ ਬੰਦੇ ਨੇ ਮੇਰੇ ਕੋਲ ਆਏ, ਕਹਿੰਦੇ ਜੀ ਭਾਈ ਸਾਹਿਬ ਜੀ ਤੁਸੀਂ ਇਹ ਪੋਥੀਆਂ ਸਾਂਭਦੇ ਹੋ, ਵੀ ਸਾਡੇ ਘਰ ਇੱਕ ਕਿਤਾਬ ਆ ਵੀ ਤੁਹਾਨੂੰ ਲਿਆ ਕੇ ਦਈਏ। ਉਹਨਾਂ ਨੇ ਜਾਨੀ ਮੈਨੂੰ ਕਿਤਾਬ ਹੀ ਦੱਸਿਆ, ਤੇ ਜਦੋਂ ਮੇਰੇ ਕੋਲ ਲੈ ਕੇ ਆਏ ਤੇ ਆਹ ਦੇਖੀ ਤਾਂ ਬੜਾ ਮਨ ਖੁਸ਼ ਹੋਇਆ। ਫਿਰ ਉਹ ਮੈਨੂੰ ਜਾਨੀ ਗਿਫਟ ਕਰਕੇ ਗਏ ਸੀਗੇ। ਤੇ ਇਸੇ ਤਰ੍ਹਾਂ ਇੱਕ ਅੱਜ ਮਤਲਬ ਮੈਂ ਸੋਚਿਆ ਵੀ ਤੁਸੀਂ ਆਉਣਾ ਆ, ਤਾਂ ਆਪਣੇ ਨਾਲ ਕੱਲ੍ਹ ਗੱਲ ਹੋਈ ਸੀ, ਤੇ ਆਹ ਪੋਥੀ ਮੈਂ ਅੱਜ ਲੈ ਕੇ ਆਇਆ ਜੀ ਸਵੇਰੇ ਸਾਜਰੇ ਜਾ ਕੇ। ਤੇ ਇਹ ਨਿਰਮਲਿਆਂ ਦੀ ਪੋਥੀ ਹੈ, ਨਿਰਮਲੇ ਜਿਵੇਂ ਨਿਰਮਲੇ ਸੰਤਾਂ ਦੀ ਪੋਥੀ ਹੈ ਜੀ। ਇਹਦੇ ਵਿੱਚ 852 ਪੇਜ ਨੇ ਜੀ।
ਤੇ ਕੀ ਲਿਖਿਆ ਕੀ ਹੋਇਆ, ਕੁਝ ਆਪਾਂ ਪੜ੍ਹ ਸਕਦੇ ਹਾਂ? ਹਾਂਜੀ, ਐ ਤਾਂ ਮਤਲਬ ਪੜ੍ਹਿਆ ਜਾਂਦਾ, ਪਰ ਐ ਵੀ ਇਹ ਨਹੀਂ ਹਜੇ ਸਹੀ ਹੋਇਆ ਵੀ ਇਹ ਬਾਣੀ ਕਿਹੜੀ ਹੈ ਜੀ। ਹਾਂਜੀ, ਇਹ ਗੁਰਬਾਣੀ ਹੈ। ਗੁਰਬਾਣੀ ਹੈ ਜੀ। ਹਾਂਜੀ, ਤੇ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਉਹ ਪੋਥੀ ਜਿਹੜੀ ਤੁਹਾਨੂੰ ਮਿਲੀ ਹੈਗੀ ਹੈ, ਗੀਤਾ ਮਿਲੀ ਹੈ, ਜਿਹੜੀ ਇੰਨੀ ਕੀਮਤੀ ਹੈ, ਉਹ ਇਸ ਤਰ੍ਹਾਂ ਮਿਲੀ ਹੈ ਕਿ ਪਰਿਵਾਰ ਨੇ ਕਿਹਾ ਕਿ ਸਾਡੇ ਕੋਲ ਇੱਕ ਕਿਤਾਬ ਪਈ ਹੈ, ਯਾਨੀ ਕਿ ਹੀਰੇ ਦੀ ਪਰਖ ਹੈ ਜਿਹੜੀ ਜੌਹਰੀ ਨੂੰ ਹੀ ਹੁੰਦੀ ਹੈ, ਉਹ ਇੱਥੇ ਜਿਹੜਾ ਸਾਬਤ ਹੁੰਦਾ ਹੈ। ਤੇ ਹੁਣ ਭਾਈ ਸਾਹਿਬ, ਜਿਵੇਂ ਇਹ ਤੁਸੀਂ ਦੱਸਿਆ ਵੀ ਬੜੀ ਬੇਸ਼ਕੀਮਤੀ ਤੁਹਾਡੇ ਕੋਲ ਪੋਥੀ ਹੈ, ਤੇ ਹੋਰ ਕੀ ਹੈਗਾ ਜਿਹੜਾ ਬਹੁਤ ਬੇਸ਼ਕੀਮਤੀ ਹੈ? ਹੱਥ ਲਿਖਤ ਤਾਂ ਸਾਰੇ ਹੀ ਨੇ। ਹਾਂਜੀ, ਜਿਵੇਂ ਇਹ ਪੋਥੀ ਦੇਖ ਰਹੇ ਹੋ, ਇਹ ਪੰਜ ਗ੍ਰੰਥੀ ਪੋਥੀ ਹੈ ਜੀ ਆਪਣੇ ਸਿੱਖ ਧਰਮ ਦੀ। ਤੇ ਇਹ ਜਿਹੜੀ ਆ 10ਵਾਂ ਗ੍ਰੰਥ ਆ ਜੀ। ਇਹ ਹੱਥ ਲਿਖਤ 10ਵਾਂ ਗ੍ਰੰਥ ਆ। ਸੰਪੂਰਨ ਨਹੀਂ ਜੀ, ਇਹ ਦੋ ਭਾਗਾਂ ਦਾ, ਇਹ ਦੂਜਾ ਭਾਗ ਆ ਜੀ ਇਹਦਾ। 253 ਪਹਿਲਾਂ ਪੇਜ ਨੇ, 254 ਤੋਂ ਸ਼ੁਰੂ ਹੁੰਦਾ। ਤੇ ਇਹਦੀ ਜਿਹੜੀ ਸਟਾਰਟਿੰਗ ਆ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਤ ਪ੍ਰਸ਼ਾਦ, ਚੱਕਰ ਚੇਹਨਾਰ ਬਰਨ ਜਾਤਰ ਪਤ ਨਹਿਨ ਜਿਹੇ, ਰੂਪ ਰੰਗਰ ਰੇਖ ਪੇਕੋ ਕਹਿ ਨਾ ਸਕਤ ਕਹੇ। ਤੇ ਇੱਥੋਂ ਦੀ ਸ਼ੁਰੂਆਤ ਹੁੰਦੀ ਆ। ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮਤਲਬ ਚੈਨਲ ਦੇ ਰਾਹੀਂ ਵੀ ਬੜੇ ਦੁੱਖ ਨਾਲ ਮੈਂ ਦੱਸ ਰਿਹਾ ਵੀ ਜਿਹੜੀ ਇਹ ਪੋਥੀ ਆ, ਦੇਖੋ ਆਪਣੀ ਵਿਰਾਸਤ ਬੜਮੁੱਲੀ, ਬਹੁਤ ਕੀਮਤੀ, ਬੇਸ਼ਕੀਮਤੀ ਆ। ਵੀ ਲੋਕ ਐਡੇ ਬੇਵਕੂਫ ਨੇ, ਐਡੇ ਮਤਲਬ ਨਾ ਸ਼ੁਕਰੇ ਹੋ ਗਏ ਵੀ ਉਹ ਆਪਣੀ ਵਿਰਾਸਤ ਨੂੰ ਸਾਂਭ ਨਹੀਂ ਰਹੇ। ਜਿਹੜੀ ਇਹ ਪੋਥੀ ਮੈਂ ਦਿਖਾ ਰਿਹਾ, ਇਹ ਪੋਥੀ ਮੈਨੂੰ ਰੱਦੀ ਦੇ ਵਿੱਚੋਂ ਕਿਸੇ ਕਬਾੜੀਏ ਨੇ ਦਿੱਤੀ ਹੈ ਜੀ। ਤੇ ਇਹ ਦੇਖੋ, ਇਹਦੀ ਹਾਲਤ ਦੇਖੋ। ਤੁਹਾਡੇ ਸ਼ਹਿਰ ਦੇ ਵਿੱਚੋਂ? ਹਾਂਜੀ, ਤੇ ਉਹ ਅੱਜ ਤੋਂ ਇਹ 6-7 ਸਾਲ ਪਹਿਲਾਂ ਮੈਨੂੰ ਕਿਸੇ ਦਾ ਫੋਨ ਆਇਆ ਵੀ ਇਸ ਤਰ੍ਹਾਂ ਕਰਕੇ ਸਾਡੇ ਵੀ ਤੁਹਾਡਾ ਸਮਾਨ ਆਇਆ ਜੀ, ਤੁਸੀਂ ਬੱਟੇ ਬੁੱਟੇ ਤੁਸੀਂ ਖਰੀਦਦੇ ਹੋ, ਪੁਰਾਣੇ ਜਿਹੜੇ ਸੇਰ ਬੱਟੇ ਹੁੰਦੇ ਆ, ਕਿਉਂਕਿ ਕਬਾੜੀਆਂ ਤੋਂ ਇਹ ਸਮਾਨ ਮਿਲਦਾ। ਕਿਉਂਕਿ ਦੇਖੋ ਜਿਹੜੇ ਜ਼ਿਆਦਾਤਰ ਲੋਕ ਇਹਨੂੰ ਕਬਾੜ ਸਮਝਣ ਲੱਗ ਗਏ। ਜਦੋਂ ਮੈਂ ਕਬਾੜ ਦੇ ਵਿੱਚ ਬੱਟੇ ਲੈਣ ਗਿਆ ਤੇ ਉੱਥੇ ਦੇਖਿਆ ਵੀ ਕਾਫੀ ਪੁਰਾਣੀਆਂ ਕਿਤਾਬਾਂ ਦੇ ਢੇਰ ਲੱਗੇ ਹੋਏ ਸੀਗੇ, ਬੋਰੀਆਂ ਦੇ ਵਿੱਚ ਮਤਲਬ ਪੁਰਾਣੀਆਂ ਇਸ ਤਰ੍ਹਾਂ ਦੀਆਂ ਕਿਤਾਬਾਂ ਲੈ ਕੇ ਆਇਆ ਸੀ ਬੰਦਾ। ਤੇ ਉੱਥੇ ਮੈਂ ਫਰੋਲਣ ਲੱਗ ਗਿਆ ਜਦੋਂ ਬੱਟੇ ਲੈਣ ਗਿਆ, ਤੇ ਉਹਦੇ ਵਿੱਚੋਂ ਇਹ ਮੈਨੂੰ ਹੱਥ ਲਿਖਤ ਜਿਹੜਾ 10ਵਾਂ ਗ੍ਰੰਥ ਆ, ਇਹ ਰੱਦੀ ਦੇ ਵਿੱਚ ਕਿਸੇ ਨੇ ਵੇਚਿਆ ਹੋਇਆ ਮਿਲਿਆ। ਤੇ ਮਤਲਬ ਬੜਾ ਦੁੱਖ ਹੁੰਦਾ ਵੀ ਜਦੋਂ ਇਹੋ ਜਿਹੀ ਵਿਰਾਸਤ ਆਪਣੀ ਜਿਹੜੀ ਆ ਲੋਕ ਰੱਦੀ 'ਚ ਵੇਚ ਰਹੇ ਨੇ, ਤੇ ਆਉਣ ਵਾਲੀ ਪੀੜ੍ਹੀ ਵਾਸਤੇ ਦੇਖੋ ਫਿਰ ਕੁਝ ਨਹੀਂ ਬਚਣਾ ਜੇ ਆਪਾਂ ਕੁਝ। ਔਰ ਇਹ ਬਿਲਕੁਲ ਇੱਥੇ ਸਮਝਣ ਦੀ ਵੀ ਲੋੜ ਹੈ, ਇੱਕ ਆਪਾਂ ਕਹਿ ਸਕਦੇ ਹਾਂ ਕਿ ਸ਼ਲਾਘਾ ਕਰਨ ਦੀ ਲੋੜ ਹੈ। ਰੱਦੀ ਦੇ ਵਿੱਚ ਜਿਹੜੀ ਚੀਜ਼ ਆਪਾਂ ਵੇਚਦੇ ਹਾਂ, ਉਹਦੇ ਇਹ ਨਹੀਂ ਕਿ ਸਾਨੂੰ ਹਜ਼ਾਰਾਂ ਰੁਪਏ ਮਿਲ ਜਾਂਦੇ ਨੇ, ਉਹ ਕੁਝ ਰੁਪਈਆਂ ਦੇ ਵਿੱਚ ਕੋਈ ਵੀ ਚੀਜ਼ ਆਪਾਂ ਵੇਚਦੇ ਹਾਂ ਉਹ ਵਿਕਦੀ ਹੈਗੀ ਹੈ। ਤੇ ਭਾਈ ਸਾਹਿਬ, ਜਿਹੜੇ ਜਿੰਨੀਆਂ ਵੀ ਹੱਥ ਲਿਖਤ ਨੇ, ਲਿਖੀਆਂ ਕਿਹਨੇ ਨੇ, ਕਿਸੇ ਦਾ ਪਤਾ ਹੈ? ਜਿਵੇਂ ਅੱਜ ਕੱਲ੍ਹ ਤਾਂ ਕਿਤਾਬਾਂ ਤੇ ਪ੍ਰਕਾਸ਼ਕ ਦਾ ਨਾਮ, ਲੇਖਕ ਦਾ ਨਾਮ ਛਪਿਆ ਹੁੰਦਾ ਹੈ, ਇਹ ਹੱਥ ਲਿਖਤ ਨੇ। ਜਿਸ ਤਰ੍ਹਾਂ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਜੀ ਵੀ ਗੀਤਾ, ਇਹ ਗੀਤਾ ਜਿਹੜੀ ਆ, ਇਹਦੇ ਪਿੱਛੇ ਮੈਂ ਤੁਹਾਨੂੰ ਦਿਖਾ ਦਿੰਦਾ ਜੀ। ਇਹ ਲਿਖਿਆ ਜੀ, ਪੁਸਤਕ ਲਿਖਿਆ ਸਾਲ 1898 ਮਾਈਨਸ ਜਦੋਂ ਇਹਨੂੰ ਆਪਾਂ 57 ਸਾਲ ਕਰਾਂਗੇ ਤਾਂ 1841 ਬਣ ਜੂਗਾ ਜੀ। ਠੀਕ ਹੈ ਜੀ। ਤੇ ਲਿਖਾਇਆ ਭਾਈ ਗੁਲਾਬ ਸਿੰਘ ਜੀ ਨੇ, ਦਸਤਖਤ ਕੇਸਰ ਸਿੰਘ ਕੇ। ਇਹ ਮਤਲਬ ਭਾਈ ਗੁਲਾਬ ਸਿੰਘ ਨੇ ਕੇਸਰ ਸਿੰਘ ਤੋਂ ਲਿਖਾਈ ਹੋਈ ਹੈ ਜੀ। ਤੇ ਜਿਸ ਤਰ੍ਹਾਂ ਇਹ ਗੱਲ ਕੀਤੀ 10ਵਾਂ ਗ੍ਰੰਥ ਦੀ ਗੱਲ ਕਰਦੇ ਹਾਂ ਆਪਾਂ, ਇਹਦੇ ਪਿੱਛੇ ਮੈਂਸ਼ਨ ਹੈਗਾ ਜੀ ਵੀ ਸੰਮਤ 1902 ਮਹੀਨਾ ਮੱਘਰ, ਪੋਥੀ ਲਿਖਾਈ ਸ਼੍ਰੀ ਬਾਬੇ ਸਾਹਿਬ ਬਾਬੇ ਕਾਹਨ ਸਿੰਘ ਜੀ ਨੇ, ਲਿਖੀ ਦੇਵੀ ਦਿੱਤੇ ਬ੍ਰਾਹਮਣ, ਬਾਸੀ ਬਾੜੀਆਂ ਦੇ ਨੇ, ਭੁੱਲ ਚੁੱਕ ਬਖਸ਼ ਲੈਣੀ। ਇਹ ਭਾਈ ਕਾਹਨ ਸਿੰਘ ਨਾਭਾ ਨੇ ਦੇਵੀ ਦਿੱਤੇ ਬ੍ਰਾਹਮਣ ਤੋਂ ਲਿਖਾਈ ਸੀ ਜੀ 1845 ਦੇ ਵਿੱਚ। ਬਹੁਤ ਪੁਰਾਤਨ ਹੈ। ਸੋ ਭਾਈ ਸਾਹਿਬ, ਜਿਵੇਂ ਇੱਕ ਆਪਾਂ ਇਹ ਪੋਥੀ ਦੇਖ ਰਹੇ ਹਾਂ, ਕਈ ਸਾਡੇ ਦਰਸ਼ਕਾਂ ਨੂੰ ਦੇਖ ਕੇ ਤਸਵੀਰਾਂ ਲੱਗਦਾ ਹੋਣਾ ਵੀ ਸ਼ਾਇਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਵੇ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਰੱਖਣ ਦੀ ਇੱਕ ਮਰਿਆਦਾ ਹੁੰਦੀ ਹੈ। ਗੁਰੂ ਸਾਹਿਬ ਦਾ ਸਰੂਪ ਨਹੀਂ ਹੈ। ਇਹ ਕਿਹੜੀ ਪੋਥੀ ਹੈ ਭਾਈ ਸਾਹਿਬ ਇੰਨੀ ਵੱਡੀ? ਹਾਂਜੀ, ਇਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਇਹ ਜਿਹੜੀ ਆ ਇਹ ਯੋਗ ਸਾਧਨਾ ਗ੍ਰੰਥ ਆ ਜੀ। ਹਿੰਦੂ ਧਰਮ ਦਾ, ਸਨਾਤਨ ਧਰਮ ਦਾ ਇਹ ਯੋਗ ਸਾਧਨਾ ਗ੍ਰੰਥ ਆ। ਦੇਖਣ ਨੂੰ ਤਾਂ ਇੱਕ ਵਾਰੀ ਆਪਾਂ ਨੂੰ ਭੁਲੇਖਾ ਪੈਂਦਾ ਵੀ ਸ਼ਾਇਦ ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਹੋਇਆ, ਵੀ ਉਹ ਵੀ ਮਤਲਬ ਖੁੱਲ੍ਹਿਆ ਬਿਨਾਂ ਮਤਲਬ ਚਾਨਣੀ ਤੋਂ। ਪਰ ਇਹ ਮੈਂ ਦੱਸਣਾ ਚਾਹੁੰਦਾ ਵੀ ਇਹ ਸਨਾਤਨ ਧਰਮ ਦਾ ਯੋਗ ਸਾਧਨਾ ਗ੍ਰੰਥ ਆ। ਜਿਸ ਤਰ੍ਹਾਂ ਮਹਾਰਾਜ ਸਰੂਪ ਦੇ ਆਪਣੇ 1430 ਅੰਗ ਨੇ, ਤੇ ਇਸ ਦੇ 1800 ਅੰਗ ਆ ਜੀ। 1800 ਪੇਜ ਹੱਥ ਲਿਖਤਾ। ਤੇ ਇਹਦਾ ਜੇ ਵਜਨ ਦੀ ਗੱਲ ਕਰੀਏ ਤਾਂ 20.5 ਕਿਲੋ ਵਜਨ ਆ ਜੀ ਇਹਦਾ। ਇਸ ਗ੍ਰੰਥ ਦਾ 20.5 ਕਿਲੋ ਵਜਨ ਆ, ਤੇ ਯੋਗ ਸਾਧਨਾ ਗ੍ਰੰਥ ਆ ਜੀ। ਤੇ ਭਾਈ ਸਾਹਿਬ, ਜਿਵੇਂ ਸਾਰੇ ਆਪਾਂ ਜਿੰਨੇ ਵੀ ਮੇਰੀ ਨਿਗਾਹ 'ਚ ਪੈ ਰਹੇ ਨੇ, ਸਾਰੇ ਜਿਹੜੀਆਂ ਪੋਥੀਆਂ ਹੈਗੀਆਂ ਨੇ ਉਹ ਲੜੀਵਾਰ ਲਿਖੀਆਂ ਹੋਈਆਂ ਨੇ, ਸਾਰੇ ਲੜੀਵਾਰ ਨੇ। ਸਾਰੇ ਲੜੀਵਾਰ ਨੇ ਜੀ। ਤੇ ਜਿਸ ਤਰ੍ਹਾਂ ਆਪਣੇ ਦੱਸਿਆ ਵੀ ਇਹ 10ਵਾਂ ਗ੍ਰੰਥ ਆ, ਇਹ ਜਿਹੜੀ ਹੈ ਹੱਥ ਲਿਖਤ ਜਨਮ ਸਾਖੀ ਹੈ ਜੀ। ਇਹ ਹੱਥ ਲਿਖਤ ਜਨਮ ਸਾਖੀ ਹੈ ਜੀ। ਇਹਦੇ ਵਿੱਚ ਲਿਖਿਆ ਹੋਇਆ
गोष्ट गुरु बाबे नानक जी की। गुरु बाबा नानक एक दिन पंजाब की धरती नगर करतारपुर बैठा था। अर्दरगाह परमेश्वर की बुलाया था। तब फिर हुक्म आया निरंकार परमेश्वर लैके इस जहान विच। तब एक अंगद सिख नूं बुलाए कै गुरु बाबे नानक जी कहा कि पुरखा अंगद पार ब्रह्म निरंकार। ਇਸ ਤਰ੍ਹਾਂ ਕਰਕੇ ਇਹ ਮਤਲਬ ਇਹਦੇ ਚ ਸਾਹਿਬ ਦਾ ਜਿਹੜਾ ਪ੍ਰਸੰਗ ਆ ਜੀ, ਜਦੋਂ ਗੁਰੂ ਅੰਗਦ ਦੇਵ ਜੀ ਨੂੰ ਬੁਲਾਇਆ। ਜੀ ਜੀ, ਇਹ ਜਨਮ ਸਾਖੀ ਹੱਥ ਲਿਖਤਾ ਜੀ। ਇਸ ਤਰ੍ਹਾਂ ਮਤਲਬ ਇਹ ਜਿਹੜਾ ਭਾਈ ਸਾਹਿਬ ਤੁਸੀਂ ਦੱਸਿਆ ਸੀ ਰਿਗਵੇਦ, ਇਹ ਵੀ ਹੱਥ ਲਿਖਤਾ ਹੈ ਤੇ ਬੜਾ ਸੋਹਣਾ ਲੱਗਦਾ, ਜਿਵੇਂ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ ਜੀ। ਇਹ ਵੀ ਹੱਥ ਲਿਖਤਾ, ਦੇਖੋ ਬਿਲਕੁਲ ਮੋਤੀਆਂ ਵਾਂਗੂ ਚਿਣੇ ਹੋਏ ਅੱਖਰ ਨੇ। ਜਿਵੇਂ ਮਸ਼ੀਨ ਦੀ ਪ੍ਰਿੰਟਿੰਗ ਹੁੰਦੀ ਹੈ, ਇਹਨੂੰ ਦੇਖ ਕੇ ਤੁਸੀਂ ਕਹਿ ਹੀ ਨਹੀਂ ਸਕਦੇ ਕਿ ਹੱਥ ਲਿਖਤਾ ਹੈ ਜੀ। ਆ ਵੀ ਜਿਹੜਾ ਹੈ ਇਹ ਵੀ ਮਤਲਬ ਆਪਣਾ ਜਿਹੜਾ ਹੈਗਾ ਇਹ ਵੀ ਜਨਮ ਸਾਖੀ ਆ ਜੀ। ਹੋਰ ਵੀ ਮਤਲਬ ਤਿੰਨ ਚਾਰ, ਇਹ ਵੀ ਬਹੁਤ ਸੋਹਣਾ ਜਿਹੜਾ ਲਿਖਿਆ ਹੋਇਆ 99 ਅੱਖਰ। ਹਾਂਜੀ, ਬਹੁਤ ਹੀ ਮਤਲਬ ਦੇਖੋ ਕਿੰਨੇ ਵਧੀਆ ਅੱਖਰ ਲਿਖੇ ਨੇ। ਇਹ ਸਾਰੇ ਹੱਥ ਲਿਖਤਾ ਜੀ। ਤੇ ਭਾਈ ਸਾਹਿਬ ਇੱਕ ਮੈਂ ਦੇਖ ਰਹੀ ਹਾਂ ਕਿ ਬਹੁਤ ਹੀ ਛੋਟੇ ਇਹ ਜਿਹੜੇ ਰੱਖੇ ਹੋਏ ਨੇ ਗ੍ਰੰਥ, ਤੇ ਇਸ ਡੱਬੀ ਦੇ ਵਿੱਚ ਕੀ ਹੈ? ਹਾਂਜੀ, ਇਸ ਡੱਬੀ ਦੇ ਵਿੱਚ ਮੈਂ ਦੱਸਣਾ ਚਾਹੁੰਦਾ, ਜਿਸ ਤਰ੍ਹਾਂ ਸੈਕੰਡ ਵਰਲਡ ਵਾਰ ਦੇ ਵਿੱਚ ਫੌਜੀਆਂ ਨੇ ਇੱਕ ਮੰਗ ਰੱਖੀ ਸੀ, ਸਿੱਖ ਫੌਜੀਆਂ ਨੇ, ਵੀ ਅਸੀਂ ਆਪਣੇ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆ। ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਦੇ ਅੱਗੇ ਇੱਕ ਮਤਲਬ ਆਪਣੀ ਮੰਗ ਰੱਖੀ। ਬ੍ਰਿਟਿਸ਼ ਗਵਰਨਮੈਂਟ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਲੈ ਕੇ ਕਿਉਂ ਜਾਣਾ ਚਾਹੁੰਦੇ ਹੋ, ਉਹਦਾ ਕਾਰਨ ਕੀ ਆ? ਉਹ ਕਹਿੰਦੇ ਵੀ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਨੂੰ ਯਾਦ ਕਰਕੇ, ਹਾਜ਼ਰ ਨਾਜ਼ਰ ਸਮਝ ਕੇ, ਉਹਨਾਂ ਅੱਗੇ ਅਰਦਾਸ ਕਰਕੇ ਫਿਰ ਅਸੀਂ ਅੱਗੇ ਵਧਾਂਗੇ। ਤੇ ਫਿਰ ਉਹਨਾਂ ਨੇ, ਅੰਗਰੇਜ਼ਾਂ ਨੇ ਮਤਲਬ ਉਹਨਾਂ ਦੀ ਭਾਵਨਾਵਾਂ ਨੂੰ ਸਮਝ ਕੇ, ਤੇ ਉਹ ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਜਰਮਨ ਤੋਂ ਪ੍ਰਿੰਟ ਕਰਾ ਕੇ 1 ਇੰਚ ਦੇ ਮਹਾਰਾਜ ਦੇ ਸਰੂਪ ਦਿੱਤੇ ਸੀ। ਤੇ ਉਸੇ ਤਰ੍ਹਾਂ ਫਿਰ ਜਿਹੜੇ ਹਿੰਦੂ ਫੌਜੀ ਸੀ ਜਾਂ ਮੁਸਲਮਾਨ ਫੌਜੀ ਸੀ, ਉਹਨਾਂ ਨੇ ਵੀ ਮੰਗ ਰੱਖੀ ਵੀ ਸਾਨੂੰ ਵੀ ਮਤਲਬ ਨਾਲ ਲੈ ਕੇ ਜਾਣ ਦੀ ਆਗਿਆ ਦਿਓ। ਤੇ ਇਸ ਤਰ੍ਹਾਂ ਦੇ ਜਿਹੜੇ ਛੋਟੇ ਸਰੂਪ ਨੇ, ਉਹ ਮੁਸਲਮਾਨਾਂ ਵਾਸਤੇ ਕੁਰਾਨ, ਹਿੰਦੂਆਂ ਵਾਸਤੇ ਗੀਤਾ ਤੇ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦਿੱਤੇ ਸੀ। ਇਹ ਕਿਹੜਾ ਗ੍ਰੰਥ? ਇਹ ਕੁਰਾਨ ਆ ਜੀ। ਤੇ ਇਹਦੇ ਨਾਲ ਲੈਂਜ ਵੀ ਪ੍ਰੋਵਾਈਡ ਕਰਾਏ ਸੀਗੇ। ਤੇ ਇਹ ਨਾਲ ਇਹ ਚਾਂਦੀ ਦੀ ਡੱਬੀ ਹੈ ਜਿਹਦੇ ਵਿੱਚ ਇਹ ਪੈ ਜਾਂਦਾ, ਤਾਂ ਕਿ ਉਹ ਆਪਣੇ ਗਲ ਦੇ ਵਿੱਚ ਪਾ ਕੇ ਨਾਲ ਰੱਖ ਸਕਣ। ਜਿਹੜੇ ਸਿੱਖ ਫੌਜੀਆਂ ਵਾਸਤੇ ਜਾਨੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀਗੇ, ਉਹ ਆਪਣੀ ਦਸਤਾਰ ਦੇ ਵਿੱਚ ਨਾਲ ਰੱਖਦੇ ਸੀ। ਉਹਨਾਂ ਨੂੰ ਜੰਗੀ ਸਰੂਪ ਕਹਿੰਦੇ ਆ। ਇਹਨਾਂ ਨੂੰ ਆਪਾਂ ਜੰਗੀ ਸਰੂਪ ਵੀ ਕਹਿ ਸਕਦੇ ਹਾਂ। ਸੋ ਇਹ ਦੇਖ ਸਕਦੇ ਹੋ ਤੁਸੀਂ ਜੰਗੀ ਸਰੂਪ, ਇਹ ਚਾਂਦੀ ਦੀ ਡੱਬੀ ਹੈ। ਇਹ ਕੁਰਾਨ ਦਾ ਜਿਹੜਾ ਗ੍ਰੰਥ ਹੈ, ਨਿੱਕਾ ਜਿਹਾ, ਚਾਹੇ ਤੁਸੀਂ ਆਪਣੇ ਗਲ 'ਚ ਟੰਗ ਸਕਦੇ ਹੋ, ਜਾਂ ਫਿਰ ਜਿਹੜੇ ਮੁਸਲਿਮ ਫੌਜੀ ਸੀ ਉਹ ਤਾਂ ਸ਼ਾਇਦ ਗਲ ਦੇ ਵਿੱਚ ਹੀ ਟੰਗਦੇ ਹੋਣਗੇ, ਤੇ ਸਿੱਖ ਨੇ ਜਿਹੜੇ ਉਹ ਹੀ ਸਿੱਖ ਫੌਜੀ ਦਸਤਾਰ ਦੇ ਵਿੱਚ ਰੱਖਦੇ ਸੀਗੇ। ਸੋ ਭਾਈ ਸਾਹਿਬ, ਜਿਹੜੇ ਹੁਣ ਇਹਨਾਂ ਦੀ ਸਾਂਭ ਸੰਭਾਲ ਹੈ ਜਿਹੜੀ, ਹੁਣ ਤਾਂ ਤੁਸੀਂ ਸਪੈਸ਼ਲ ਜਿਹੜਾ ਆਪਾਂ ਕਵਰੇਜ ਕਰਨ ਲਈ ਆਏ ਆ, ਤੇ ਤੁਸੀਂ ਇਸ ਬੈੱਡ ਦੇ ਉੱਤੇ ਇਹਨਾਂ ਨੂੰ ਸਜਾਇਆ ਹੈਗਾ, ਤੁਸੀਂ ਸਾਂਭ ਸੰਭਾਲ ਕਿਵੇਂ ਰੱਖਦੇ ਹੋ, ਕਿੱਥੇ ਰੱਖਦੇ ਹੋ, ਕੀ ਪ੍ਰਬੰਧ? ਬਾਬਾ ਜੀ ਵਾਲਾ ਇੱਕ ਮਤਲਬ ਪਾਠ ਕਰਨ ਵਾਲਾ ਜਿਹੜਾ ਸਾਡਾ ਕਮਰਾ ਸਪੈਸ਼ਲ ਬਣਾਇਆ, ਇਹ ਉੱਥੇ ਸਾਰੇ ਮਤਲਬ ਸਾਂਭ ਸੰਭਾਲ ਕਰੀਦੀ ਹੈ ਜੀ। ਬਾਕੀ ਐ ਵੀ ਮੇਰੇ ਕੋਲ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਇਕੱਲੇ ਸਿੱਖ, ਵੀ ਮੈਂ ਸਿੱਖ ਹਾਂ, ਅੰਮ੍ਰਿਤਧਾਰੀ ਹਾਂ, ਵੀ ਮੈਂ ਸਿੱਖਾਂ ਦੇ ਹੀ ਗ੍ਰੰਥ ਇਕੱਠੇ ਕਰਨੇ ਆ। ਮੇਨ ਹੈਗਾ ਵੀ ਆਪਣੀ ਵਿਰਾਸਤ ਨੂੰ ਬਚਾਉਣਾ, ਪੁਰਾਤਨ ਵਿਰਾਸਤ ਨੂੰ ਬਚਾਉਣਾ, ਜਿਹਦੇ ਵਿੱਚ ਆਪਣੇ ਸਿੱਖ ਧਰਮ ਦੀਆਂ ਪੋਥੀਆਂ ਹੋ ਗਈਆਂ, ਹਿੰਦੂ ਧਰਮ ਦੇ ਗ੍ਰੰਥ ਹੋ ਗਏ, ਮੁਸਲਿਮ ਧਰਮ ਦੇ ਗ੍ਰੰਥ ਹੋ ਗਏ, ਉਹ ਚੀਜ਼ਾਂ ਨੂੰ ਸਾਂਭਣਾ, ਜਿਹੜੀਆਂ ਆਪਣਾ ਵਿਰਸਾ ਸੀ, ਆਪਣਾ ਮਤਲਬ ਆਪਣੀ ਧਰੋਹਰ ਸੀ, ਤਾਂ ਕਿ ਬੱਚਿਆਂ ਨੂੰ, ਆਪਾਂ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਆਪਾਂ ਕੁਝ ਦਿਖਾ ਸਕੀਏ ਵੀ ਇਹ ਆਪਣਾ ਇਤਿਹਾਸ ਆ। ਤੇ ਦਿਖਾਉਂਦੇ ਕਿੱਥੇ ਹੋ ਫਿਰ ਤੁਸੀਂ? ਇਹ ਜਿਹੜੀ ਘਰੇ ਹੀ ਤੁਸੀਂ ਰੱਖਦੇ ਹੋ ਜਾਂ ਕਿਤੇ ਇਹਨਾਂ ਨੂੰ ਪ੍ਰਦਰਸ਼ਨੀ ਵੀ ਲਾਉਂਦੇ? ਜਿਸ ਤਰ੍ਹਾਂ ਹੁਣ ਸਾਰਿਆਂ ਨੂੰ ਪਤਾ ਵੀ ਮੇਰੇ ਬਾਰੇ ਲਗਭਗ ਵੀ, ਹਾਂ ਵੀ ਇਹ ਬੰਦਾ ਇਸ ਤਰ੍ਹਾਂ ਦੀਆਂ ਪੁਰਾਣੀਆਂ ਚੀਜ਼ਾਂ ਦੀ ਕਲੈਕਸ਼ਨ ਕਰਦਾ ਜਾਂ ਪੁਰਾਣੀਆਂ ਚੀਜ਼ਾਂ ਸਾਂਭਦਾ, ਤੇ ਫਿਰ ਮੇਰੇ ਨਾਲ ਨੈਟਵਰਕ ਬਣਾ ਲੈਂਦੇ ਆ ਸਕੂਲਾਂ ਵਾਲੇ, ਕਾਲਜਾਂ ਵਾਲੇ, ਗੁਰਦੁਆਰੇ ਸਾਹਿਬ ਦੇ ਵਿੱਚ, ਜਾਂ ਆਪਾਂ ਕਹਿ ਲਓ ਮੇਲਿਆਂ ਦੇ ਵਿੱਚ। ਫਿਰ ਉਹ ਚੀਜ਼ਾਂ ਜਿਹੋ ਜਿਹਾ ਮਤਲਬ ਉੱਥੇ ਮਾਹੌਲ ਹੁੰਦਾ, ਜਿਵੇਂ ਮੇਲੇ ਨੇ ਜਾਂ ਕੋਈ ਸਕੂਲ ਕਾਲਜ ਆ, ਉੱਥੇ ਆਪਾਂ ਸਿੱਕੇ ਤੇ ਪੇਂਡੂ ਸੱਭਿਆਚਾਰ ਜਾਂ ਹੋਰ ਜਿਹੜੀਆਂ ਚੀਜ਼ਾਂ ਦੀ ਮੈਂ ਕਲੈਕਸ਼ਨ ਕਰਦਾ, ਉਹ ਡਿਸਪਲੇ ਕਰ ਦਿੰਦੇ ਹੁੰਦੇ ਆ ਜੀ। ਤੇ ਜਿਸ ਤਰ੍ਹਾਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਦਰਸ਼ਨੀ ਲਾਉਂਦੇ ਜਾਂ ਸਾਂਝੀ ਜਗ੍ਹਾ ਦੇ ਵਿੱਚ ਜਿੱਥੇ ਧਾਰਮਿਕ ਮਾਹੌਲ ਹੋਵੇ, ਉੱਥੇ ਫਿਰ ਹੱਥ ਲਿਖਤ ਪੋਥੀਆਂ ਤੇ ਸ਼ਸਤਰ ਤੇ ਨਾਲ ਸਿੱਕੇ, ਇਸ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਡਿਸਪਲੇ ਕਰਦੇ ਹਾਂ, ਤਾਂ ਕਿ ਬੱਚਿਆਂ ਨੂੰ ਸਿਰਫ ਆਪਾਂ ਆਪਣੇ ਵਿਰਸੇ ਨਾਲ ਜੋੜ ਸਕੀਏ, ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਜਾਨੀ ਕਿ ਛੋਟਾ ਜਿਹਾ ਉਪਰਾਲਾ ਹੈ। ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਲੋਕ ਨੇ, ਮੈਨੂੰ ਲੱਗਦਾ ਹੈ ਕਿ ਇਹ ਸੋਚਦੇ ਹੋਣਗੇ ਕਿ ਇਹ ਸਾਰਾ ਕੁਝ ਇਕੱਠਾ ਕਰਨ ਦਾ ਕੀ ਫਾਇਦਾ, ਟਾਈਮ ਵੇਸਟੇਜ ਆਫ ਟਾਈਮ ਹੈ, ਵੇਸਟੇਜ ਆਫ ਮਨੀ ਹੈ, ਤੁਹਾਨੂੰ ਨਹੀਂ ਲੱਗਦਾ? ਕਦੇ ਕਦੇ ਲੱਗਦਾ ਜੀ, ਕਿਉਂਕਿ ਜਦੋਂ ਕਹਿ ਲਓ ਵੀ ਲੋਕ ਮੂੰਹ ਅੱਡ ਕੇ ਰੁਪਈਏ ਮੰਗਦੇ ਨੇ ਜਦੋਂ ਅਸੀਂ ਲੈਣ ਜਾਂਦੇ ਹਾਂ, ਕਿਸੇ ਦੇ ਘਰੇ ਕੋਈ ਇੱਕ ਅੱਧੀ ਪੋਥੀ ਪਈ ਹੁੰਦੀ ਆ, ਕਦੇ ਐਂ ਵੀ ਲੱਗਦਾ ਵੀ ਮਨਾ ਵੀ ਤੂੰ ਟਾਈਮ ਵੱਧ ਖਰਾਬ ਕਰੀ ਜਾਂਦਾ, ਵੀ ਇਹ ਜਿਹੜਾ ਟਾਈਮ ਆ ਤੂੰ ਵੱਧ ਤੋਂ ਵੱਧ ਕੰਮ ਕਰ, 2 ਪੈਸੇ ਜੋੜ, ਤੇ 2 ਪੈਸੇ ਜੋੜੇਗਾ ਤਾਂ ਦੇਖੋ ਅੱਗੇ ਬੱਚਿਆਂ ਦਾ ਫਿਊਚਰ ਬਣੂਗਾ।
ਪਰ ਮੈਂ ਸੋਚਦਾ ਹੁੰਦਾ ਵੀ ਨਹੀਂ, ਪਰ ਫਿਰ ਵੀ ਕਦੇ ਮਨ ਮਤਲਬ ਕਦੇ ਡਾਵਾਡੋਲ ਵੀ ਹੁੰਦਾ ਮਨ, ਕਦੇ ਕਦੇ ਹੋ ਜਾਂਦਾ। ਪਰਿਵਾਰ ਦਾ ਪੂਰਾ ਸਾਥ ਹੈ, ਪਰਿਵਾਰ ਵਾਲੇ ਤਾਂ ਨਹੀਂ ਟੋਕਦੇ? ਪਹਿਲਾਂ ਪਹਿਲਾਂ ਤਾਂ ਮਾਹੌਲ ਗਰਮੀ ਰਹਿੰਦਾ ਸੀਗਾ ਜੀ, ਤੇ ਹੁਣ ਠੀਕ ਆ। ਕਿਉਂ ਕੌਣ ਕੌਣ ਮਨਾ ਕਰਦਾ ਸੀ? ਕਦੋਂ ਤੋਂ ਕਰ ਰਹੇ ਹੋ ਤੁਸੀਂ ਕਲੈਕਸ਼ਨ? ਮੈਂ ਪਿਛਲੇ ਲਗਭਗ 28 ਸਾਲ ਤੋਂ ਕਲੈਕਸ਼ਨ ਕਰਦਾ ਜੀ। ਪਹਿਲਾਂ ਤੁਸੀਂ ਨੌਜਵਾਨ ਹੁੰਦੇ ਸੀ ਜਾਂ ਤੁਹਾਡਾ ਵਿਆਹ ਹੋ ਚੁੱਕਿਆ ਸੀ? ਨਹੀਂ ਪਹਿਲਾਂ ਤੋਂ ਹੀ, ਸ਼ੁਰੂ ਤੋਂ ਹੀ ਕਰਦਾ, ਛੋਟੇ ਹੁੰਦੇ ਤੋਂ ਹੀ। ਤੇ ਉਦੋਂ ਤੋਂ ਇਕੱਲੇ ਸਿੱਕੇ ਕਰਦਾ ਸੀ, ਫਿਰ ਉਹ ਸਿੱਕਿਆਂ ਦਾ ਜਿਹੜਾ ਹੌਲੀ 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 ਜਿਹੜਾ ਜ਼ਿਆਦਾ ਕਹਿ ਲਈਏ ਆਪਾਂ ਜਨੂਨ ਹੋ ਗਿਆ, ਫਿਰ ਬਹੁਤ ਜ਼ਿਆਦਾ ਕੁਆਂਟੀਟੀ 'ਚ ਲੈਣ ਲੱਗ ਗਏ। ਫਿਰ ਉਸ ਤੋਂ ਬਾਅਦ ਇਹ ਤਕਰੀਬਨ ਪਿਛਲੇ 7-8 ਸਾਲ ਤੋਂ ਮੈਂ ਹੱਥ ਲਿਖਤ ਗ੍ਰੰਥ ਸ਼ੁਰੂ ਕੀਤੇ ਇਕੱਠੇ ਕਰਨੇ, ਕਿਉਂਕਿ ਮੇਰੇ ਮਨ 'ਚ ਇਹ ਆਇਆ ਵੀ ਜਿਹੜਾ ਸਿੱਕਾ ਉਹ ਇੱਕ ਮੈਟਲ ਆ, ਚਾਹੇ ਉਹ ਸੋਨਾ ਆ, ਚਾਂਦੀ ਆ, ਤਾਂਬਾ ਆ, ਵੀ ਜਿਹੜਾ ਮੈਟਲ ਅੱਜ ਤੋਂ 2700 ਸਾਲ ਪਹਿਲਾਂ ਜਿਹੜਾ ਦੁਨੀਆ ਤੇ ਪਹਿਲਾ ਸਿੱਕਾ ਬਣਿਆ, ਜਦ ਉਹ ਅਜੇ ਤੱਕ ਜਿਉਂਦਾ ਆ, ਹਜੇ ਤੱਕ ਮਤਲਬ ਹੈਗਾ ਅਸਲੀ ਰੂਪ ਦੇ ਵਿੱਚ, ਚਾਹੇ ਉਹ 1500 ਸਾਲ ਪੁਰਾਣਾ ਸਿੱਕਾ, ਚਾਹੇ 2000 ਸਾਲ ਪੁਰਾਣਾ ਸਿੱਕਾ, ਵੀ ਉਹ ਖਰਾਬ ਨਹੀਂ ਹੋਇਆ। ਵੀ ਜਿਹੜੀ ਚੀਜ਼ ਖਰਾਬ ਹੋ ਰਹੀ ਆ ਵੀ ਆਪਾਂ ਉਹਨੂੰ ਸਾਂਭੀਏ। ਇਸ ਕਰਕੇ ਸਿੱਕਿਆਂ ਦੇ ਨਾਲ ਨਾਲ ਫਿਰ ਮੈਂ ਹੱਥ ਲਿਖਤ ਜਿਹੜੇ ਗ੍ਰੰਥ ਨੇ ਕਾਗਜ਼ ਦੇ ਉੱਪਰ ਲਿਖੇ ਹੋਏ, ਤੇ ਉਹ ਸ਼ੁਰੂ ਕੀਤੇ, ਤੇ ਮੇਰੇ ਕੋਲ ਲਗਭਗ 72 ਹੱਥ ਲਿਖਤ ਗ੍ਰੰਥ ਹੈਗੇ ਜੀ। ਠੀਕ ਹੈ, ਤੇ ਹਜੇ ਤੁਹਾਡੀ ਕਲੈਕਸ਼ਨ ਹੈ ਜਿਹੜੀ ਉਹ ਚੱਲਦੀ ਰਹੇਗੀ ਅੱਗੇ। ਸਿੱਕਿਆਂ ਦੀ ਤੁਸੀਂ ਗੱਲ ਕੀਤੀ ਹੈ, ਸਿੱਕਿਆਂ ਦੀ ਕਿੰਨੀ ਕਲੈਕਸ਼ਨ ਹੈ? ਤੁਸੀਂ ਜਿਹੜੀ ਸ਼ੁਰੂਆਤ ਹੈਗੀ ਹੈ ਉਹ ਤੁਸੀਂ ਸਿੱਕਿਆਂ ਦੀ ਕਲੈਕਸ਼ਨ ਤੋਂ ਹੀ ਕੀਤੀ ਹੈ? ਸਿੱਕਿਆਂ ਤੋਂ ਕੀਤੀ ਸੀ। ਜਦੋਂ ਮਤਲਬ ਦੁਨੀਆ ਤੇ ਪਹਿਲਾ ਸਿੱਕਾ ਬਣਿਆ ਉਹ 2700 ਸਾਲ ਪਹਿਲਾਂ ਬਣਿਆ ਜੀ। 2700 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ, ਮਹਾਰਾਜੇ, ਨਵਾਬ, ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਹੋਈਆਂ ਨੇ, ਮੇਰੇ ਕੋਲ ਸਾਰਿਆਂ ਦੇ ਸਿੱਕੇ ਹੈਗੇ ਆ ਜੀ। ਤੇ ਅਸੀਂ ਉਹ ਜ਼ਰੂਰ ਭਾਈ ਸਾਹਿਬ ਦੇਖਣਾ ਚਾਹਾਂਗੇ ਸਿੱਕੇ, ਤੇ ਉਹਦੇ ਲਈ ਹੁਣ ਆਪਾਂ ਨੂੰ ਕਿੰਨਾ ਕੁ ਟਾਈਮ ਚਾਹੀਦਾ? ਬਸ 10 ਮਿੰਟ 15 ਮਿੰਟ ਬਾਅਦ ਮੈਂ ਉਹ ਸਾਰੇ ਡਿਸਪਲੇ ਕਰ ਦਿੰਦਾ ਜੀ। ਉਹ ਸੋ ਸਾਡੇ ਦਰਸ਼ਕ ਨੇ ਜਿਹੜੇ ਸਾਡੇ ਨਾਲ ਜੁੜੇ ਰਹਿਣ, ਤੇ ਅਸੀਂ ਹੁਣ ਸਿੱਕਿਆਂ ਦੀ ਜਿਹੜੀ ਪ੍ਰਦਰਸ਼ਨੀ ਹੈਗੀ ਹੈ, ਭਾਈ ਸਾਹਿਬ ਨੇ 18000 ਬਹੁਤ ਵੱਡੀ ਗਿਣਤੀ ਹੁੰਦੀ ਹੈ, ਤੇ ਬਹੁਤ ਭਾਰੇ ਵੀ ਹੁੰਦੇ ਹੋਣਗੇ, ਬਹੁਤ ਥਾਂ ਵੀ ਰੋਕੀ ਹੋਊਗੀ, ਤੇ ਉਹ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਥੋੜੀ ਦੇਰ ਬਾਅਦ। ਸੋ ਇਹ ਤੁਸੀਂ ਦੇਖਿਆ ਹੁਣੇ ਭਾਈ ਸਾਹਿਬ ਨੇ ਸਾਰੀਆਂ ਜਿਹੜੀਆਂ ਪੁਰਾਤਨ ਪੋਥੀਆਂ ਨੇ ਉਹ ਇਹਨਾਂ ਨੇ ਸਮੇਟ ਦਿੱਤੀਆਂ ਨੇ, ਤੇ ਸਿੱਕੇ ਨੇ ਜਿਹੜੇ ਸਾਰੇ ਉਹ ਡਿਸਪਲੇ ਕੀਤੇ ਹੈਗੇ ਨੇ। ਤੇ ਜਾਣਕਾਰੀ ਸਾਨੂੰ ਮਿਲੀ ਹੈ ਕਿ 2700 ਸਾਲ ਪੁਰਾਣੇ ਸਿੱਕੇ ਨੇ, ਯਾਨੀ ਕਿ ਭਾਰਤ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਸਿੱਕਾ ਬਣਿਆ ਸੀ, ਤੇ ਹੁਣ ਤੱਕ ਦੇ ਜਿਹੜੇ ਸਿੱਕੇ ਨੇ ਸਾਰੀ ਕਲੈਕਸ਼ਨ ਭਾਈ ਸਾਹਿਬ ਕੋਲ ਹੈਗੀ ਹੈ। ਭਾਈ ਸਾਹਿਬ, ਸਭ ਤੋਂ ਪੁਰਾਣਾ ਸਿੱਕਾ ਜਿਹੜਾ ਪਹਿਲਾ ਸਿੱਕਾ ਭਾਰਤ ਦਾ ਉਹ ਕਿਹੜਾ ਹੈ? ਸਭ ਤੋਂ ਪੁਰਾਣਾ ਸਿੱਕਾ ਜਿਹੜਾ ਹੈ ਇਹ ਹੈਗਾ ਜੀ 6th ਸੈਂਚੁਰੀ BC, ਤੇ ਇਹਨੂੰ ਮਤਲਬ ਪੰਚਮਾਰਕ ਕੋਇਨ ਵੀ ਕਹਿੰਦੇ ਨੇ। ਮਗਧ ਰਾਜੇ ਨੇ ਇਹ ਸਿੱਕਾ ਚਲਾਇਆ ਸੀ, ਤੇ ਮਗਧ ਤੋਂ ਬਾਅਦ ਫਿਰ ਮੌਰੀਆ ਆਇਆ, ਮੌਰੀਆ ਨੇ ਵੀ ਇਹੀ ਸਿੱਕੇ ਚਲਾਏ। ਫਿਰ ਕੁਸ਼ਾਨ ਆਏ, ਉਹਨਾਂ ਨੇ ਡਿਫਰੈਂਟ ਨਵੀਂ ਲੁੱਕ ਦਿੱਤੀ, ਤੇ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਹਿਲਾ ਸਿੱਕਾ ਉਹ 6th ਸੈਂਚੁਰੀ BC ਬਣਿਆ। ਤੇ ਹੁਣ ਤੱਕ ਜੇ ਆਪਾਂ ਦੇਖ ਲਈਏ ਤੇ ਉਹ ਮਗਧ ਤੋਂ ਲੈ ਕੇ ਹੁਣ ਤੱਕ ਕਿੰਨੇ ਸਿੱਕੇ ਨੇ ਜਿਹੜੇ ਜਾਰੀ ਹੋਏ ਨੇ ਭਾਰਤ ਵਿੱਚ? ਲਗਭਗ ਜਿਵੇਂ ਕਹ ਲਓ ਮਗਧ, ਮੌਰੀਆ, ਫਿਰ ਕੁਸ਼ਾਨ, ਫਿਰ ਯੋਧੇ, ਫਿਰ ਮੁਗਲਾਂ ਦੇ ਵਿੱਚ ਮਤਲਬ ਅਲੱਗ-ਅਲੱਗ ਡਾਇਨੈਸਟੀਆਂ ਆ ਗਈਆਂ, ਲੋਧੀ ਆ ਗਏ, ਸੂਰੀ ਆ ਗਏ, ਖਿਲਜੀ ਆ ਗਏ, ਤੇ ਇਸ ਤਰ੍ਹਾਂ ਮਤਲਬ ਅਲੱਗ-ਅਲੱਗ ਜਿਹੜੇ ਰਾਜੇ ਮਹਾਰਾਜੇ ਆਏ, ਪੀੜ੍ਹੀ ਦਰ ਪੀੜ੍ਹੀ ਚੇਂਜ ਹੋਈ, ਉਹ ਹਰੇਕ ਨੇ ਆਪਦਾ ਸਿੱਕਾ ਚਲਾਇਆ। ਤੇ ਮਗਧ ਰਾਜੇ ਨੇ ਜਿਹੜਾ ਪਹਿਲਾ ਸਿੱਕਾ ਚਲਾਇਆ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਿੱਕਾ ਨਹੀਂ ਸੀ, ਐਕਸਚੇਂਜ ਸਿਸਟਮ ਸੀ। ਵੀ ਮੱਝ ਦੇਤੀ ਤੇ ਬੱਕਰੀਆਂ ਲੈ ਲਈਆਂ, ਕਣਕ ਦੇਤੀ ਤੇ ਮੱਕੀ ਲੈ ਲਈ, ਤੇ ਉਹਨਾਂ ਦੇ ਵਿੱਚ ਕੀ ਹੁੰਦਾ ਸੀ ਵੀ ਕਿਸੇ ਨੂੰ ਨਫਾ ਹੋ ਜਾਂਦਾ ਸੀ ਤੇ ਕਿਸੇ ਨੂੰ ਨੁਕਸਾਨ ਹੋ ਜਾਂਦਾ।
ਕਿਉਂਕਿ ਇੱਕ ਵੱਡੀ ਚੀਜ਼ ਦੇਣੀ ਤੇ ਉਹਦੇ ਬਦਲੇ ਛੋਟੀ ਲੈਣੀ ਤੇ ਉੱਥੇ ਬੜੀ ਦਿੱਕਤ ਆਉਂਦੀ ਸੀ। ਤੇ ਉਹਨਾਂ ਨੇ ਮਗਧ ਨੇ ਸੋਚਿਆ ਵੀ ਇਸ ਚੀਜ਼ ਦਾ ਕੋਈ ਹੱਲ ਕੱਢਿਆ ਜਾਵੇ। ਉਹਨੇ ਇੱਕ ਸਿੱਕੇ ਦਾ ਚੱਲਣ ਸ਼ੁਰੂ ਕੀਤਾ ਤੇ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਸਿੱਕਾ ਆ ਬਣਾਇਆ ਸੀ ਉਹ ਚਾਂਦੀ ਦੇ ਸਿੱਕਾ ਬਣਾਇਆ ਸੀ ਤੇ ਸੋਨੇ ਦੇ ਸਿੱਕੇ ਬਣੇ ਸੀ, ਜਿਹਨੂੰ ਆਪਾਂ ਕਹਿ ਦਈਏ ਵੀ ਪੰਚਮਾਰਕ ਕੋਇਨ। ਇਹਨੂੰ ਆਪਾਂ ਗੂਗਲ ਤੇ ਵੀ ਸਰਚ ਕਰ ਸਕਦੇ ਹਾਂ, ਪੰਚਮਾਰਕ ਕੋਇਨ ਹਿਸਟਰੀ ਲਿਖ ਕੇ, ਤੇ ਉਹਦੀ ਸਾਰੀ ਆ ਜੂਗੀ ਵੀ ਇਹ ਕਿਹੜੀ ਸਦੀ ਚ ਬਣਿਆ, ਉਹਦੀ ਸ਼ੇਪ ਕੀ ਸੀ। ਤੇ ਇਹਨਾਂ ਦੇ ਉੱਤੇ ਮਤਲਬ ਜਿਹੜਾ ਫਿਗਰ ਹੈ ਉਹ ਲਿਖੀ ਹੁੰਦੀ ਸੀ ਕਿਉਂਕਿ ਦਿਖ ਨਹੀਂ ਰਹੀ, ਜਾਂ ਫਿਰ ਕੋਈ ਨਿਸ਼ਾਨ ਬਣਾਇਆ ਹੁੰਦਾ? ਇਹਦੇ ਉੱਪਰ ਕੋਈ ਮਤਲਬ ਵੈਲਿਊ ਨਹੀਂ ਹੈਗੀ ਇਹਦੀ। ਇਹਦੇ ਉੱਪਰ ਨਦੀਆਂ, ਪਰਬਤ, ਦਰਖਤ, ਤੋਤੇ, ਮੋਰ, ਕਛੂਏ, ਇਸ ਤਰ੍ਹਾਂ ਦੇ ਮਤਲਬ ਜਿਹੜੀ ਫਿਗਰ ਉਹ ਉਕਰੀ ਹੁੰਦੀ ਆ। ਤੇ ਉਸ ਤੋਂ ਬਾਅਦ ਜਿਵੇਂ ਕੁਸ਼ਾਨਾਂ ਦੇ ਸਿੱਕੇ ਆਏ, ਉਹਨਾਂ ਨੇ ਆਪਣੇ ਮਤਲਬ ਚਿੱਤਰ ਵਿੱਚ ਬਣਾਏ ਵੀ ਕੋਈ ਰਾਜਾ ਤਰਸ਼ੂਲ ਫੜੀ ਖੜਾ, ਕੋਈ ਨੇਜਾ ਫੜੀ ਖੜਾ, ਇਸ ਤਰ੍ਹਾਂ ਮਤਲਬ ਉਹਨਾਂ ਨੇ ਆਪਣੇ ਫਿਗਰ ਬਣਾਏ। ਤੇ ਫਿਰ ਉਹਦੀ ਵੈਲਿਊ ਕਿਵੇਂ ਪਾਈ ਜਾਂਦੀ ਸੀ ਵੀ ਇਹ ਕਿੰਨੇ ਦਾ, ਇਹ ਕਿੰਨੇ ਦਾ, ਉਹਨੂੰ ਕਿੰਨੇ ਚ ਰੱਖਿਆ ਜਾਣਾ ਹੈ, ਮਹਿੰਗਾ ਸਸਤਾ? ਜੀ, ਜਿਹੜਾ ਕਾਪਰ ਦਾ ਸਿੱਕਾ ਹੁੰਦਾ ਜੀ ਉਹ ਹੁੰਦਾ ਜੀ ਪੈਸਾ, ਜਿਹੜਾ ਚਾਂਦੀ ਦਾ ਹੁੰਦਾ ਉਹ ਹੁੰਦਾ ਰੁਪਇਆ, ਤੇ ਜਿਹੜਾ ਸੋਨੇ ਦਾ ਹੁੰਦਾ ਉਹ ਹੁੰਦਾ ਜਿਹਨੂੰ ਆਪਾਂ ਮੋਹਰਾਂ ਜਾਂ ਅਸ਼ਰਫੀਆਂ ਕਹਿ ਦਿੰਦੇ। ਠੀਕ ਹੈ ਜੀ, ਹਾਂਜੀ, ਇਹ ਇਸ ਤਰ੍ਹਾਂ ਮਤਲਬ ਇਹਦੀ ਵੈਲਿਊ ਹੁੰਦੀ ਸੀ। ਤੇ ਭਾਈ ਸਾਹਿਬ, ਜਿਵੇਂ ਤੁਸੀਂ ਇਹ ਸਾਰੇ ਹੁਣ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਵੱਡੀ ਕਲੈਕਸ਼ਨ ਤੁਹਾਡੇ ਕੋਲ ਹੈਗੀ ਹੈ, ਤੁਸੀਂ ਪਹਿਲਾਂ ਸਟੱਡੀ ਕੀਤਾ ਵੀ ਸਭ ਤੋਂ ਪਹਿਲਾ ਸਿੱਕਾ ਕਿਹੜਾ ਸੀ ਤੇ ਹੁਣ ਕਿਹੜੇ ਨੇ, ਵੀ ਕਿਹਨੇ ਜਾਰੀ ਕੀਤੇ, ਫੇਰ ਲੱਭਣੇ ਸ਼ੁਰੂ ਕੀਤੇ, ਜਾਂ ਫਿਰ ਤੁਹਾਡੀ ਖੋਜ ਕਿਵੇਂ ਸ਼ੁਰੂ ਹੋਈ? ਜਦੋਂ ਮੈਂ ਛੋਟਾ ਜਿਹਾ ਸੀਗਾ, ਮੇਰੇ ਦਾਦਾ ਸਰਦਾਰ ਸ਼ਿਆਮ ਸਿੰਘ ਜੀ ਨੇ ਸਿੱਕੇ ਦਿੱਤੇ ਸੀ। ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਸਿੱਕੇ ਮਤਲਬ ਚੱਲਦੇ ਸੀ, ਉਹ ਆਨੇ, ਧੇਲੇ, ਗਲੀ ਵਾਲੇ ਪੈਸੇ, ਉਹ ਸਿੱਕੇ ਜਿਹੜੇ ਮੈਂ ਸਾਂਭੇ ਤੇ ਉਹ ਹੌਲੀ ਹੌਲੀ ਕਹਿ ਲਓ ਮੇਰਾ ਜਨੂਨ ਬਣ ਗਿਆ। ਫਿਰ ਜਿੱਥੋਂ ਵੀ ਮਿਲਦੇ ਸੀ, ਕਦੇ ਰਿਸ਼ਤੇਦਾਰੀ ਚੋਂ ਮਿਲ ਜਾਣੇ, ਕਦੇ ਯਾਰਾਂ ਦੋਸਤਾਂ ਤੋਂ ਮਿਲ ਜਾਣੇ, ਚਾਹੇ ਉਹ ਫੋਰਨ ਦੇ ਹੋਣੇ, ਚਾਹੇ ਉਹ ਬਾਹਰਲੇ ਹੋਣੇ, ਆਪਣੇ ਕਿਸੇ ਹੋਰ ਰਾਜਿਆਂ ਦੇ ਹੋਣੇ, ਤੇ ਸਟੈਪ ਬਾਈ ਸਟੈਪ ਐਂ ਕਲੈਕਟ ਕਰਦਾ ਗਿਆ। ਤੇ ਫਿਰ ਇਹ ਨਹੀਂ ਪਤਾ ਲੱਗਦਾ ਸੀ ਵੀ ਉਹ ਹੈ ਕਿਹੜਾ, ਕਿਉਂਕਿ ਉਸ ਟਾਈਮ ਬਹੁਤ ਛੋਟਾ ਸੀ। ਫਿਰ ਹੌਲੀ ਹੌਲੀ ਮਤਲਬ ਮੇਰਾ ਨੈਟਵਰਕ ਬਣਿਆ ਵੀ ਜਿਵੇਂ ਮੈਂ ਆਪਣੇ ਫਾਦਰ ਸਾਹਿਬ ਨਾਲ ਲੱਕੜੀ ਦੇ ਕੰਮ ਦੇ ਲਈ ਮੈਂ ਤਾਂ ਪਿੰਡਾਂ 'ਚ ਜਾਂਦਾ ਸੀ, ਉੱਥੇ ਗੱਲ ਕਰਦੇ ਸੀ ਸਾਂਝੀ ਵੀ ਬਾਪੂ ਜੀ ਵੀ ਕੋਈ ਇਹੋ ਜਿਹੀ ਚੀਜ਼ ਹੋਵੇ ਜਾਂ ਕੋਈ ਮੈਨੂੰ ਸਿੱਕਾ ਪੜ੍ਹਨਾ ਦੱਸ ਦੇਵੇ ਵੀ ਇਸ ਤਰ੍ਹਾਂ ਉਰਦੂ, ਅਰਬੀ, ਫਾਰਸੀ ਦੇ ਵਿੱਚ ਸਿੱਕਾ ਲਿਖਿਆ ਵੀ ਕੋਈ ਬੰਦਾ ਪੜ੍ਹਨ ਵਾਲਾ ਹੋਵੇ। ਫਿਰ ਇਹ ਕਰਦੇ ਕਰਾਉਂਦੇ ਮਤਲਬ ਕੁਛ ਜਾਣਕਾਰੀ ਜਿਹੜੇ ਉੱਥੇ ਮੌਲਵੀ ਸੀ ਜਾਂ ਉਹਨਾਂ ਦੇ ਉਸ ਟਾਈਮ ਪੜ੍ਹਨ ਵਾਲੇ ਸੀ, ਕੁਛ ਉਹ ਦੇ ਦਿੰਦੇ ਸੀ। ਫਿਰ ਹੌਲੀ ਹੌਲੀ ਅੱਗੇ ਨੈਟਵਰਕ ਬਣਿਆ ਤੇ ਸਰਦਾਰ ਮਨਦੀਪ ਸਿੰਘ ਰੰਗੀ ਪਹੀੜ ਤੇ ਸ਼ੇਖ ਇਫਤਖਾਰ ਹੁਸੈਨ ਮਲੇਰਕੋਟਲਾ, ਤੇ ਉਹ ਮੇਰੇ ਮਿੱਤਰ ਬਣੇ। ਤੇ ਉਹਨਾਂ ਨੇ ਫਿਰ ਮੈਨੂੰ ਜਿਹੜੇ ਸਿੱਕੇ ਨੇ ਉਹ ਪੜ੍ਹਨੇ ਮਤਲਬ ਦੱਸੇ ਕੁਛ ਦੀ, ਤੇ ਬਾਕੀ ਐਂ ਵੀ ਜਦੋਂ ਸਮਾਂ ਵੱਧ ਪੈ ਜਾਂਦਾ ਤਾਂ ਫਿਰ ਐਕਸਪੀਰੀਅੰਸ ਵੀ ਹੋ ਜਾਂਦਾ। ਜੀ, ਤੁਸੀਂ ਸਾਰੇ ਸਿੱਕੇ ਨੇ ਜਿਹੜੇ ਉਹ ਪੜ੍ਹ ਸਕਦੇ ਹੋ ਵੀ ਕਿਹੜਾ ਸਿੱਕਾ, ਉਹਦੀ ਕੀ ਪਛਾਣ? ਬਿਲਕੁਲ ਜੀ, ਕਿਹੜਾ ਸਿੱਕਾ ਕਿਹੜੇ ਰਾਜੇ ਦਾ ਆ, ਤੇ ਉਹਦੀ ਵੈਰੀਫਾਈ ਕਰਕੇ ਬਕਾਇਦਾ ਪੂਰਾ ਉਹਦੀ ਵਿਦ ਲਿਖਿਆ ਹੋਇਆ ਵੀ ਇਹ ਇੰਨੇ ਤੋਂ ਇੰਨੇ ਸਾਲ ਤੱਕ ਇਹਨੇ ਰਾਜ ਕੀਤਾ, ਤਾਂ ਇਹ ਆਹ ਵਾਲੀ ਸੈਂਚਰੀ ਦੇ ਵਿੱਚ ਸਿੱਕਾ ਬਣਿਆ। ਬਿਲਕੁਲ, ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਮੈਂ ਦੇਖ ਪਾ ਰਹੀ ਹਾਂ ਕਿ ਸਿੱਖ ਰੂਲਰ ਮਹਾਰਾਜਾ ਰਣਜੀਤ ਸਿੰਘ, ਸਾਰੇ ਵਾਕਿਫ ਹੋਣਗੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਦੇ ਇਸ ਦੁਨੀਆ ਤੇ ਸੀਗਾ, ਪੰਜਾਬ ਦੇ ਵਿੱਚ ਸੀਗਾ, ਤੇ ਪੰਜਾਬ ਦਾ ਖੇਤਰਫਲ ਕਿੰਨਾ ਸੀ, ਕਿੱਥੋਂ ਕਿੱਥੋਂ ਤੱਕ ਰਾਜ ਸੀ। ਉਸ ਰਾਜ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ ਤੇ ਉਸ ਰਾਜ ਦੇ ਸਿੱਕੇ ਨੇ। ਇਹ ਸਾਰਾ ਲਿਖਿਆ ਹੋਇਆ ਹੈ ਪ੍ਰੋਪਰ ਮਹਾਰਾਜਾ ਰਣਜੀਤ ਸਿੰਘ 1801 1839 ਏਡੀ ਸਿੱਖ ਰੂਲਰ, ਤੇ ਨਾਲ ਜਿਹੜੇ ਨਿਸ਼ਾਨ ਲਾਏ ਹੋਏ ਨੇ। ਭਾਈ ਸਾਹਿਬ, ਤੁਸੀਂ ਥੋੜਾ ਜਿਹਾ ਇਹਨਾਂ ਬਾਰੇ ਦਿਓਗੇ ਜਾਣਕਾਰੀ? ਹਾਂਜੀ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸਿੱਕੇ ਮਿਲਦੇ ਨੇ ਉਹਦੇ ਉੱਪਰ ਲਿਖਿਆ ਹੁੰਦਾ ਜੀ, ਇੱਕ ਸਾਈਡ ਲਿਖਿਆ ਹੁੰਦਾ ਅਕਾਲ ਸਹਾਏ ਗੁਰੂ ਨਾਨਕ ਜੀ, ਵੀ ਇਹ ਜਿਹੜਾ ਸਿੱਕਾ ਆ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਮਤਲਬ ਚਲਾਇਆ। ਠੀਕ ਹੈ ਜੀ। ਦੂਜੇ ਪਾਸੇ ਲਿਖਿਆ ਹੁੰਦਾ ਉਹਦੇ ਯਰਬ ਸ੍ਰੀ ਅੰਮ੍ਰਿਤਸਰ ਜੀ, ਜੀ ਵੀ ਇਹ ਸਿੱਕਾ ਜਿਹੜਾ ਇਹ ਮੁਬਾਰਕ ਸਿੱਕਾ ਜਿਹੜਾ ਅੰਮ੍ਰਿਤਸਰ ਦੀ ਟਕਸਾਲ ਦੇ ਵਿੱਚੋਂ ਜਾਰੀ ਹੋਇਆ, ਯਰਬ ਸ੍ਰੀ ਅੰਮ੍ਰਿਤਸਰ ਜੀ। ਜ਼ਿਆਦਾਤਰ ਜਾਨੀ ਜਿਹੜੇ ਪੰਜਾਬੀ ਦੇ ਜਿਹੜੇ ਸਿੱਕੇ ਨੇ ਜਾਂ ਅੰਮ੍ਰਿਤਸਰ ਮਿੰਟ ਦੇ ਵਿੱਚ ਉਰਦੂ ਦੇ ਸਿੱਕੇ ਨੇ ਉਹ ਬਣੇ, ਯਾਨੀ ਕਿ ਅੰਮ੍ਰਿਤਸਰ ਦੇ ਵਿੱਚ ਮਿੰਟ ਹੁੰਦੀ ਸੀ ਸਿੱਕੇ ਬਣਾਉਣ ਵਾਲੀ ਉਦੋਂ। ਬਿਲਕੁਲ, ਤੇ ਯਰਬ ਸ੍ਰੀ ਅੰਮ੍ਰਿਤਸਰ ਜੀ ਉਹ ਪਿੱਛੇ ਇਹਦੇ ਲਿਖਿਆ ਹੁੰਦਾ ਸੀ। ਤੇ ਇਹਦੇ ਵਿੱਚ ਜਿਹੜਾ ਝੰਡੇ ਦਾ ਨਿਸ਼ਾਨ ਵਾਲੇ ਜਿਹੜੇ ਸਿੱਕੇ ਮਿਲਦੇ ਨੇਗੇ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਝੰਡੇ ਦਾ ਨਿਸ਼ਾਨ ਬਣਿਆ ਹੋਇਆ ਬਕਾਇਦਾ, ਇਹ ਝੰਡੇ ਦੇ ਨਿਸ਼ਾਨ ਵਾਲੇ ਜਿਹੜੇ ਸਿੱਕਾ ਆ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫਤਿਹ ਕੀਤਾ ਉਦੋਂ ਝੰਡੇ ਵਾਲਾ ਜਿਹੜਾ ਸਿੱਕਾ ਉਹ ਬਣਾਇਆ ਜੀ। ਤੇ ਉਸ ਤੋਂ ਬਾਅਦ ਤਰਸ਼ੂਲ ਵਾਲੇ ਜਿਹੜੇ ਸਿੱਕੇ ਨੇ ਉਹ ਜਿਹੜਾ ਹੈਗਾ ਜਦੋਂ ਕਹਿ ਲਓ ਵੀ ਜਿਵੇਂ ਹੁਣ ਸਿੱਖ ਰਾਜਾ ਹੋਣ ਕਰਕੇ ਉਹ ਹਿੰਦੂ ਜਿਹੜੇ ਲੋਕ ਸੀ ਉਹਨਾਂ ਦੇ ਦਿਲਾਂ ਦੇ ਉੱਪਰ ਵੀ ਰਾਜ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ, ਤੇ ਹਰ ਕਿਸੇ ਦਾ ਸਤਿਕਾਰ ਕਰਦਾ ਸੀ। ਤੇ ਉਹਨਾਂ ਨੇ ਜਿਹੜੀ ਹਿੰਦੂ ਧਰਮ ਦੇ ਸਤਿਕਾਰ ਦੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਤਰਸ਼ੂਲ ਵਾਲੇ ਸਿੱਕੇ ਵੀ ਬਣਾਏ, ਜਿਹਦੇ ਵਿੱਚ ਅਕਾਲ ਸਹਾਏ ਗੁਰੂ ਨਾਨਕ ਜੀ ਲਿਖਿਆ, ਪਰ ਉਹਦੇ ਵਿੱਚ ਤਰਸ਼ੂਲ ਦਾ ਸਿੰਬਲ ਬਣਿਆ ਹੋਇਆ।
ਠੀਕ ਹੈ ਜੀ। ਉਸ ਤੋਂ ਬਾਅਦ ਫੁੱਲ ਵਾਲੇ ਸਿੰਬਲ ਦੇ ਸਿੱਕੇ ਵੀ ਮਿਲਦੇ ਆ, ਜਾਣੀ ਫੁੱਲ ਬਣਿਆ ਹੋਇਆ ਸਿੱਕਿਆਂ ਦੇ ਵਿੱਚ ਅਕਾਲ ਸਹਾਇ ਗੁਰੂ ਨਾਨਕ ਜੀ ਸੇਮ ਲਿਖਿਆ ਹੋਇਆ, ਉਹਦੇ ਜਿਹੜਾ ਸਿੰਬਲ ਆ ਉਹ ਫੁੱਲ ਦਾ ਬਣਿਆ ਹੋਇਆ। ਇੱਥੇ ਵੀ ਫੁੱਲ ਆ, ਦੇਖੋ ਫੁੱਲ ਦੇ ਸਿੱਕੇ ਹੈਗੇ ਨੇ। ਫੁੱਲ ਦਾ ਜਿਹੜਾ ਸਿੰਬਲ ਆ ਉਹ ਇਹ ਸੰਕੇਤ ਦਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਆ ਜਿਹੜਾ ਉਹ ਕੁਦਰਤ ਨੂੰ ਵੀ ਪਿਆਰ ਕਰਦਾ ਸੀ, ਪ੍ਰਕਿਰਤੀ ਨੂੰ ਵੀ ਪਿਆਰ ਕਰਦਾ ਸੀ। ਉਹਨੇ ਜਾਣੀ ਉਹ ਸਿੱਕਿਆਂ ਦੇ ਉੱਪਰ ਫੁੱਲ ਦੇ ਜਿਹੜੇ ਚਿੰਨ੍ਹ ਉਹ ਵੀ ਬਣਾਏ। ਉਸ ਤੋਂ ਬਾਅਦ ਜਿਹੜੇ ਕਟਾਰ ਵਾਲੇ ਸਿੱਕੇ ਦੇਖ ਰਹੇ ਹਾਂ ਆਪਾਂ, ਇਹ ਕਟਾਰ ਵਾਲੇ ਸਿੱਕੇ ਜਿਹੜੇ ਨੇ ਇਹ ਅਕਾਲ ਸਹਾਇ ਗੁਰੂ ਨਾਨਕ ਜੀ ਸੇਮ ਉਹੀ ਵਰਡਿੰਗ, ਮਤਲਬ ਇਹਦੇ ਚ ਕਟਾਰ ਦਾ ਸਿੰਬਲ ਆ। ਕਟਾਰ ਦਾ ਸਿੰਬਲ ਇਹ ਮਤਲਬ ਸਿੱਧ ਕਰਦਾ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਉਹ ਹਥਿਆਰਾਂ ਦਾ ਵੀ ਸ਼ੌਕੀਨ ਸੀ, ਜੰਗਾਂ ਯੁੱਧਾਂ ਦਾ ਸ਼ੌਕੀਨ ਸੀ। ਉਹਨਾਂ ਨੇ ਕਟਾਰ ਦਾ ਸਿੰਬਲ ਵੀ ਲਾਇਆ। ਸੋ ਇਹ ਸਾਰੇ ਜਿਹੜੇ ਸਿੰਬੋਲਿਕ ਨੇ, ਜਿਹੜੇ ਉਹ ਸਿੱਕਿਆਂ ਦੇ ਵਿੱਚ ਸਿੰਬਲ ਨੇ ਜਿਹੜੇ ਉਹ ਦਿੱਤੇ ਜਾਂਦੇ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਸਿੱਕੇ। ਤੇ ਜਿਹੜਾ ਭਾਈ ਸਾਹਿਬ ਤੁਸੀਂ ਕਿਹਾ ਵੀ ਜਿਹੜਾ ਸਭ ਤੋਂ ਮਹਿੰਗਾ ਸਿੱਕਾ ਵੈਲਿਊ ਦੇ ਹਿਸਾਬ ਨਾਲ ਉਹ ਸੋਨੇ ਦਾ ਹੁੰਦਾ ਸੀ ਤੇ ਉਹਨੂੰ ਅਸ਼ਰਫੀ ਕਹਿੰਦੇ ਸੀਗੇ, ਉਹ ਵੀ ਤੁਸੀਂ ਕਲੈਕਟ ਕੀਤਾ ਕੋਈ? ਹਾਂਜੀ, ਉਹ ਵੀ ਮੇਰੇ ਕੋਲ ਹੈਗਾ ਜੀ। ਕਲਾਚੋਰੀ ਕੋਇਨ ਹੈਗਾ ਜੀ ਮੇਰੇ ਕੋਲ 골ਡ ਦਾ। ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਇੱਕ ਇਹ 골ਡ ਕੋਇਨ ਆ ਜੀ, ਇਹਦੀ ਬੈਕ ਸਾਈਡ ਤੇ ਵੀ ਮਤਲਬ ਹਿੰਦੀ ਦੇ ਵਿੱਚ ਵਾਰਤ ਲਿਖੀ ਹੋਈ ਆ। ਤੇ ਜਿਸ ਤਰ੍ਹਾਂ ਆਹ ਜਿਹੜੇ ਸਿੱਕੇ ਨੇ ਇਹ ਦੇਖੋ ਕਿੱਡੇ ਛੋਟੇ ਸਿੱਕੇ ਨੇ। ਤੇ ਇਹ ਮਹਾਰਾਜਾ ਜਿਹੜਾ ਟੀਪੂ ਸੁਲਤਾਨ ਸੀ, ਇਹ ਟੀਪੂ ਸੁਲਤਾਨ ਦੇ ਸਿੱਕੇ ਨੇ 골ਡ ਦੇ। ਇਹ ਵੀ ਉਸ ਤੋਂ ਵੀ ਛੋਟਾ ਆ ਜੀ, ਦੇਖੋ ਦੋਨੋਂ ਇਹ ਵੀ 골ਡ ਆ ਜੀ। ਇਹ ਸਾਰੇ 골ਡ ਦੇ ਸਿੱਕੇ ਨੇ। ਇਹ ਕਲਾਚੂਰੀ ਦਾ ਇਹ ਜਿਹੜਾ ਕਲਾਚੂਰੀ ਹੈ ਇਹ ਕਿਹੜੇ ਸਨ ਦੇ ਵਿੱਚ ਕਦੋਂ ਹੁੰਦਾ ਸੀ, ਕਿਹਦੇ ਰਾਜ ਵਿੱਚ? ਇਹ ਲਗਭਗ 11ਵੀਂ ਸਦੀ ਦਾ ਮਤਲਬ ਜਿਹੜਾ ਸਿੱਕਾ ਆ ਜੀ ਇਹ। ਤੇ ਇਹ ਭਾਈ ਸਾਹਿਬ ਬਹੁਤ ਹੀ ਛੋਟੇ ਸਿੱਕੇ ਨੇ, ਇੰਨੇ ਛੋਟੇ ਸਿੱਕੇ ਵੀ ਹੁੰਦੇ ਸੀ? ਹਾਂਜੀ, ਇਹਦੇ ਪਰ ਬਕਾਇਦਾ ਟੀਪੂ ਸੁਲਤਾਨ ਲਿਖਿਆ ਜੀ ਆ ਫਰੰਟ ਤੇ। ਇਹਦੀ ਬੈਕ ਸਾਈਡ ਤੇ ਬਕਾਇਦਾ ਈਅਰ ਵੀ ਲਿਖਿਆ ਜੀ, ਤੁਸੀਂ ਦੇਖ ਸਕਦੇ ਹੋ। ਤੇ ਇਹ ਜਿਹੜਾ ਸਿੱਕਾ ਉਸ ਤੋਂ ਵੀ ਛੋਟਾ, ਜਿਵੇਂ ਕਹਿ ਲਈਏ ਵੀ ਇੱਕ 골ਡ ਸਿੱਕਾ ਹੋ ਗਿਆ, 골ਡ ਦਾ ਹਾਫ ਰੁਪਈਆ ਹੋ ਗਿਆ, ਹਾਫ ਮੋਹਰ ਹੋ ਗਈ, ਫਿਰ 1/4 ਮੋਹਰ ਹੋ ਗਈ, ਫਿਰ 1/8 ਮੋਹਰ ਹੋ ਗਈ। ਮਤਲਬ 골ਡ ਦੇ ਵਿੱਚ ਵੀ ਇਸ ਤਰ੍ਹਾਂ ਮਤਲਬ ਇਹਦੀ ਡਿਨੋਮੀਨੇਸ਼ਨ ਹੁੰਦੀ ਸੀ ਅਲੱਗ-ਅਲੱਗ। ਆਪਾਂ ਆਮ ਹੁਣ ਵੀ ਸੁਣਦੇ ਆ ਪੰਜਾਬੀਆਂ ਦੀ ਭਾਸ਼ਾ ਵਿੱਚ ਵੀ ਸੋਨੇ ਦੀਆਂ ਮੋਹਰਾਂ, ਇਹ ਸਿੱਕਿਆਂ ਨੂੰ ਸੋਨੇ ਦੀਆਂ ਮੋਹਰਾਂ ਜਿਹੜਾ ਉਹ ਕਿਹਾ ਜਾਂਦਾ ਸੀ। ਤੇ ਭਾਈ ਸਾਹਿਬ ਜਿਹੜਾ ਤੁਸੀਂ ਹੁਣੇ ਕਿਹਾ ਸੀ ਕਿ ਪੈਸਾ ਧੇਲਾ ਤੁਹਾਡੇ ਦਾਦਾ ਜੀ ਦੇ ਵੇਲੇ ਹੁੰਦਾ ਸੀ, ਹੁਣ ਆਹ ਸਿੱਕੇ ਦੇਖਣੇ ਤਾਂ ਬਹੁਤ ਦੂਰ ਦੀ ਗੱਲ, ਪੈਸਾ ਧੇਲਾ 98 ਚਵਾਨੀ ਉਹ ਵੀ ਨਹੀਂ ਦਿਖਦੀ, ਉਹ ਹੈਗੇ ਤੁਹਾਡੇ ਕੋਲ? ਹਾਂਜੀ, ਉਹ ਵੀ ਮੇਰੇ ਕੋਲ ਕਾਫੀ ਕੁਆਂਟੀਟੀ 'ਚ ਹੈਗੇ ਨੇ। ਤੇ ਕਿਉਂਕਿ ਦੇਖੋ ਹਰ ਕਿਸੇ ਦੇ ਮਤਲਬ ਘਰ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਛੋਟੇ ਨੇ ਤੇ ਰੱਖਣ ਦੀ ਜਗ੍ਹਾ ਦੀ ਪ੍ਰੋਬਲਮ ਆ, ਤੇ ਇਹਨੂੰ ਡਿਸਪਲੇ 'ਚ ਕਰਕੇ ਰੱਖਣਾ ਹੋਵੇ ਤਾਂ ਫਿਰ ਤਾਂ ਬਹੁਤ ਜ਼ਿਆਦਾ ਸਪੇਸ ਚਾਹੀਦੀ ਆ। ਵਾਹਿਗੁਰੂ ਦੀ ਕਿਰਪਾ ਨਾਲ ਮਤਲਬ ਐਡੀ ਕੁ ਵੱਡੀ ਕਲੈਕਸ਼ਨ ਹੋ ਚੁੱਕੀ ਆ ਇਸ ਟਾਈਮ ਵੀ ਜਿਹੜੇ ਵਿਆਹਾਂ ਸ਼ਾਦੀਆਂ 'ਚ ਰੋਟੀ ਵਾਲੇ ਟੇਬਲ ਹੁੰਦੇ ਨੇ, ਜੇ ਕੋਈ ਆਪਾਂ ਨੂੰ ਫੁੱਲ ਕਲੈਕਸ਼ਨ ਦੀ ਮਤਲਬ ਡਿਸਪਲੇ ਕਰਨ ਵਾਸਤੇ ਕੋਈ ਸੱਦਾ ਪੱਤਰ ਦੇਵੇ ਤਾਂ ਮੈਂ 200 ਟੇਬਲ ਤੇ ਇਕੱਲਾ ਲਾ ਸਕਦਾ ਜੀ। ਹਾਂਜੀ, ਇੰਨੀ ਕਲੈਕਸ਼ਨ ਤੁਸੀਂ ਆਪਦੇ ਘਰ ਦੇ ਵਿੱਚ ਕਿਵੇਂ ਸੰਭਾਲ ਕੇ ਰੱਖਦੇ ਹੋ? ਜਿਹੜੀ ਮੇਨ ਜਿਹੜੇ ਸਿੱਕੇ ਨੇ ਉਹ ਸਿੱਕੇ ਜ਼ਿਆਦਾਤਰ ਮੈਂ ਲੋਕਰ 'ਚ ਹੀ ਰੱਖਦਾ ਜੀ। ਤੇ ਤੁਹਾਡੇ ਆਉਣ ਕਰਕੇ ਮਤਲਬ ਸਾਰੇ ਇੱਥੇ ਰੱਖੇ ਨੇ। ਤੇ ਨੈਕਸਟ ਮਤਲਬ ਜਿਹੜਾ ਕੋਈ ਹੱਥ ਲਿਖਤ ਪੋਥੀਆਂ ਨੇ ਉਹ ਗੁਰੂ ਘਰ ਦੇ ਵਿੱਚ ਇੱਕ ਕਮਰਾ ਲਿੱਤਾ ਹੋਇਆ, ਉੱਥੇ ਵੀ ਸੰਭਾਲ ਦੇਈਦੀਆਂ ਨੇ ਕਈ ਵਾਰੀ। ਤੇ ਕੁਛ ਜਦੋਂ ਤੁਸੀਂ ਜਿਵੇਂ ਆਉਂਦੇ ਹੋ ਜਾਂ ਕੋਈ ਵੀ ਮਿੱਤਰ ਪਿਆਰਾ ਆਉਂਦਾ ਤਾਂ ਉਦੋਂ ਉਹ ਲੈ ਆਈਦੇ ਤੇ ਦਰਸ਼ਨ ਕਰਾ ਦਈਦੇ ਨੇ ਜੀ। ਯਾਨੀ ਕਿ ਸੰਭਾਲ ਕੇ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ, ਔਰ ਖਾਸ ਕਰਕੇ ਇਸ ਮੁਲਕ ਦੇ ਵਿੱਚ ਜਿੱਥੇ ਚੋਰੀਆਂ ਵਰਗੀਆਂ ਘਟਨਾਵਾਂ ਵੀ ਵਾਪਰਦੀਆਂ ਨੇ। ਸੋ ਭਾਈ ਸਾਹਿਬ ਇੱਕ ਮੈਂ ਦੇਖ ਪਾ ਰਹੀ ਹਾਂ, ਇਹ ਕੀ ਹੈ ਸਿੱਕਿਆਂ ਦੇ ਵਿੱਚ? ਇਹ ਜਿਸ ਤਰ੍ਹਾਂ ਆਪਾਂ ਦਿਮਾਗ ਦੇ ਵਿੱਚ ਲਿਆਉਂਦੇ ਆ ਤਾਂ ਸਿੱਕਾ ਜਿਹੜਾ ਜਦੋਂ ਆਪਾਂ ਸਿੱਕਾ ਕਹਿੰਦੇ ਆ, ਸਿੱਕਾ ਜਾਂ ਤਾਂ ਦਿਮਾਗ 'ਚ ਆਉਂਦਾ ਵੀ ਗੋਲ, ਜਾਂ ਆਉਂਦਾ ਜੀ ਚੌਰਸ, ਜਾਂ ਕਹਿ ਦਈਏ ਵੀ ਇਸ ਤਰ੍ਹਾਂ ਦੇ ਵੀ ਮੋਟੇ ਜੇ ਕਹਿ ਲਓ ਟੁਕੜੇ, ਤਾਤ ਦੇ ਟੁਕੜੇ ਕਹਿ ਸਕਦੇ ਆ। ਜਿਹੜਾ ਮੈਂ ਸਿੱਕਾ ਤੁਹਾਨੂੰ ਦਿਖਾਉਣ ਜਾ ਰਿਹਾ, ਇਹ ਜਿਸ ਤਰ੍ਹਾਂ ਇੱਕ ਵਾਲਾਂ ਚਲਾਉਣ ਵਾਲੀ ਸੂਈ ਹੁੰਦੀ ਆ, ਇਹ ਉਸ ਤਰ੍ਹਾਂ ਦਾ ਸਿੱਕਾ ਜੀ। ਯਾਨੀ ਕਿ ਇਹ ਵੀ ਸਿੱਕਾ ਆ? ਹਾਂਜੀ, ਇਹ ਸਿੱਕਾ ਆ ਤੇ ਇਹਨੂੰ ਲਰਨ ਕੋਇਨ ਕਹਿੰਦੇ ਨੇ। ਇਹ ਬੀਜਾਪੁਰ ਸਟੇਟ ਦੇ ਮਤਲਬ ਰਾਜੇ ਦਾ ਸਿੱਕਾ ਆ। ਇਹਦੇ ਇੱਥੇ ਬਕਾਇਦਾ ਪੰਚ ਮਾਰ ਕੇ ਉਰਦੂ ਵੀ ਲਿਖਿਆ ਜੀ, ਉਰਦੂ 'ਚ ਰਾਜੇ ਦਾ ਨਾਮ ਤੇ ਸਨ ਵੀ ਉਕਰਿਆ ਹੋਇਆ ਜੀ। ਤੇ ਇਹ ਬੀਜਾਪੁਰ ਸਟੇਟ ਦਾ ਹੈਗਾ। ਤੇ ਮਤਲਬ ਇਹ ਤੁਹਾਨੂੰ ਕਿੱਥੋਂ ਮਿਲਿਆ? ਕਿਉਂਕਿ ਮੈਂ ਖੁਦ ਪਹਿਲੀ ਵਾਰੀ ਦੇਖਿਆ ਵੀ ਇਦਾਂ ਦੇ ਵੀ ਸਿੱਕੇ ਹੁੰਦੇ ਨੇ। ਜੀ ਇਹ ਬਸ ਇਸ ਤਰ੍ਹਾਂ ਹੀ ਮਤਲਬ ਜਿਹੜਾ ਨੈਟਵਰਕ ਆ ਮੇਰਾ ਸਿੱਕਿਆਂ ਦਾ, ਜਿਵੇਂ ਕਹ ਲਓ ਜਿੱਥੇ ਵੀ ਇੰਡੀਆ 'ਚ ਕਲੈਕਸ਼ਨ ਕਰਦੇ ਨੇ ਲੋਕ, ਜਾਂ ਜਿੰਨੇ ਵੀ ਲੋਕ ਕਲੈਕਸ਼ਨ ਕਰਦੇ ਆ ਉਹਨਾਂ ਦੇ ਉਹਨਾਂ ਦੀਆਂ ਸੰਸਥਾਵਾਂ ਬਣੀਆਂ ਨੇ ਬਕਾਇਦਾ,
ਉਹਨਾਂ ਸਾਰੀਆਂ ਸੰਸਥਾਵਾਂ ਦਾ ਪੂਰੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੇ ਲਗਭਗ ਸਾਰਿਆਂ ਦਾ ਮੈਂ ਮੈਂਬਰ ਵੀ ਹਾਂ। ਤੇ ਉਹਦੇ ਕਰਕੇ ਫਿਰ ਮੇਰਾ ਨੈਟਵਰਕ ਆ, ਜਿਵੇਂ ਕਿਸੇ ਕੋਲੇ ਕੋਈ 2 ਸਿੱਕੇ ਹੁੰਦੇ ਆ, 4 ਹੁੰਦੇ ਆ, ਫਿਰ ਕਿਸੇ ਨੇ ਅਗਲਾ ਕਹਿੰਦਾ ਮੈਂ 1 ਰੱਖ ਲੈਣਾ ਵੀ ਆਹ ਤੈਨੂੰ ਚਾਹੀਦਾ ਭਾਈ ਤੂੰ ਲੈ ਲਾ, ਇਹਦੇ ਬਦਲੇ ਮੈਨੂੰ ਆਹ ਦੇ ਦੇ। ਤੋ ਇਸ ਤਰ੍ਹਾਂ ਐਕਸਚੇਂਜ ਕਰਕੇ ਮੇਰੇ ਕੋਲ ਵੀ ਕਲੈਕਸ਼ਨ ਵੱਧ ਗਈ, ਜਿਹੜੀ ਉਹਦੇ ਕੋਲ ਨਹੀਂ ਹੈਗੀ ਇੱਧਰੋਂ ਮੇਰੇ ਕੋਲ ਫਾਲਤੂ ਮੈਂ ਉਹਨੂੰ ਦੇਤੀ। ਇਸ ਤਰ੍ਹਾਂ ਮਤਲਬ ਸਾਡਾ ਨੈਟਵਰਕ ਆ। ਇਹ ਮਤਲਬ ਮੇਰੇ ਮਿੱਤਰ ਗੁਜਰਾਤ ਨੇ, ਇਹ ਉਹਨਾਂ ਤੋਂ ਲਿੱਤਾ ਸੀਗਾ ਜੀ। ਸੋ ਭਾਈ ਸਾਹਿਬ ਜੀ, ਆਪਾਂ ਆਮ ਦੁਨੀਆ ਦੇ ਉੱਤੇ ਦੇਖ ਲਈਏ, ਜਿਹਦੇ ਕੋਲੇ ਵੱਧ ਪੈਸਾ ਹੁੰਦਾ ਹੈ ਉਹ ਆਪਣੇ ਆਪ ਨੂੰ ਬੜਾ ਹੀ ਆਪਾਂ ਕਹਿ ਸਕਦੇ ਹਾਂ ਕਿ ਸ਼ਾਹੂਕਾਰ ਸਮਝਦਾ ਆ, ਉਹ ਆਪਣੇ ਆਪ ਨੂੰ ਬੜੇ ਪੈਸੇ ਵਾਲਾ ਸਮਝਦਾ ਹੈ। ਤੁਹਾਡੇ ਕੋਲੇ ਪੁਰਾਣਾ ਖਜ਼ਾਨਾ ਹੈ ਜਿਹਦੀ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਅੱਜ ਇਹਦੀ ਕੀਮਤ ਹੈ ਬਾਜ਼ਾਰ ਦੇ ਵਿੱਚ, ਇਹਨੂੰ ਆਪਾਂ ਵੇਚ ਕੇ ਕੁਝ ਖਰੀਦ ਸਕਦੇ ਹਾਂ, ਤੇ ਪਰ ਇਹ ਬੇਸ਼ਕੀਮਤੀ ਬਹੁਤ ਹੈ। ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਧਨਵਾਨ ਸਮਝਦੇ ਹੋ ਇਸ ਪੁਰਾਤਨ ਖਜ਼ਾਨੇ ਦੇ ਨਾਲ? ਦੇਖੋ, ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜਿਹੜੇ ਜਦੋਂ 2700 ਸਾਲ ਤੋਂ ਲੈ ਕੇ ਮਤਲਬ ਹੁਣ ਤੱਕ ਜਿੰਨੇ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਦੇ ਮਤਲਬ ਸਿੱਕੇ ਜਾਰੀ ਹੋਏ, ਉਹ ਜਿਹੜੇ ਰਾਜੇ ਮਹਾਰਾਜੇ ਸੀਗੇ ਉਹਨਾਂ ਕੋਲੇ ਅੰਤਾਂ ਮੂੰਹ ਪੈਸਾ ਸੀਗਾ। ਹੁਣ ਅਕਬਰ ਵਰਗੇ 50-50 ਸਾਲ ਰਾਜ ਕਰਕੇ ਤੁਰ ਗਏ, ਜਾਂ ਹੋਰ ਲੋਕ ਜਿਹੜੇ ਨੇ ਮਤਲਬ ਉਹਨਾਂ ਨੇ ਬਥੇਰਾ ਰਾਜ ਕੀਤਾ, ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਜਦ ਉਹ ਨਹੀਂ ਰਹੇ, ਜਿਹੜੇ ਉਹ ਐਡੇ ਬੜੇ ਧਨਵਾਨ ਸੀ, ਤੇ ਰਹਿਣਾ ਆਪਾਂ ਨੇ ਵੀ ਨਹੀਂ। ਗੱਲ ਇਹ ਆ ਵੀ ਮੇਰਾ ਜਿਹੜਾ ਮੇਨ ਮਕਸਦ ਆ ਇਹਨਾਂ ਚੀਜ਼ਾਂ ਨੂੰ ਇਕੱਠੀਆਂ ਕਰਨ ਦਾ। ਠੀਕ ਆ ਵੀ ਕਿਸੇ ਐਂਗਲ ਤੋਂ ਆਪਾਂ ਸੋਚ ਸਕਦੇ ਹਾਂ ਵੀ ਆਪਾਂ ਤਾਂ ਜੀ ਵੀ ਬਹੁਤ ਪੈਸੇ ਵਾਲੇ ਆ ਜੀ, ਜਾਂ ਆਪਾਂ ਬਹੁਤ ਪੈਸਾ ਚੀਜ਼ਾਂ ਇਕੱਠੀਆਂ ਕਰ ਲਈਆਂ, ਪਰ ਮੇਰੇ ਤੋਂ ਵੀ ਵੱਡੇ ਹੋ ਸਕਦੇ ਨੇ ਦੁਨੀਆ ਦੇ ਵਿੱਚ। ਪਰ ਮੇਨ ਮਕਸਦ ਆ ਵੀ ਇਹ ਜਿਹੜੀ ਵਿਰਾਸਤ ਆ ਆਪਣੀ, ਇਹ ਵਿਰਾਸਤ ਨੂੰ ਸਾਂਭਣਾ ਜਿਹੜਾ ਕੰਮ ਸਰਕਾਰਾਂ ਦਾ ਆ, ਸਰਕਾਰਾਂ ਨੂੰ ਆਪਣੀ ਵਿਰਾਸਤ ਬਚਾਉਣੀ ਚਾਹੀਦੀ ਆ, ਨਾ ਕਿ ਮਤਲਬ ਉਹਨੂੰ ਖਤਮ ਕਰਨਾ ਚਾਹੀਦਾ। ਜਿਹੜਾ ਕੰਮ ਸਰਕਾਰਾਂ ਦਾ, ਉਹ ਦੇਖੋ ਸਰਕਾਰਾਂ ਤਾਂ ਨਹੀਂ ਕਰ ਰਹੀਆਂ, ਪਰ ਮੈਂ ਤੇ ਮੇਰੇ ਜਿਹੜੇ ਕੁਝ ਨਾਲ ਮੇਰੇ ਸਾਥੀ ਨੇ, ਤੇ ਉਹ ਅਸੀਂ ਰਲ ਮਿਲ ਕੇ ਇਸ ਵਿਰਾਸਤ ਨੂੰ ਬਚਾ ਰਹੇ ਹਾਂ। ਸਾਡਾ ਇੱਕ ਨਾਅਰਾ ਬਣਾਇਆ, ਸੇਵ ਕੋਇਨ ਸੇਵ ਹੈਰੀਟੇਜ, ਵੀ ਜੇ ਆਪਾਂ ਸਿੱਕਾ ਸਾਂਭ ਲਿਆ ਤਾਂ ਆਪਣਾ ਇਤਿਹਾਸ ਸਾਂਭ ਲਿਆ। ਕਿਉਂਕਿ ਜੇ ਸਿੱਕਾ ਮੈਲਟ ਹੋ ਗਿਆ, ਸੁਨਿਆਰੇ ਕੋ ਜਾ ਕੇ ਮੰਨ ਲਓ ਸਿੱਕਾ ਮੈਲਟ ਹੋ ਗਿਆ, ਤਾਂ ਸਿੱਕਾ ਨਹੀਂ ਮੈਲਟ ਹੋਇਆ, ਉਹ ਆਪਣਾ ਇਤਿਹਾਸ ਮੈਲਟ ਹੋ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਸਿੱਕਾ ਜੇ ਸਾਡੇ ਹੱਥ ਵਿੱਚ ਆਊਗਾ, ਅਸੀਂ ਉਹਦੀ ਖੋਜ ਕਰਾਂਗੇ ਕਿ ਸਿੱਕਾ ਕਦੋਂ ਜਾਰੀ ਹੋਇਆ ਸੀ, ਕਿਹੜੇ ਰਾਜੇ ਵੇਲੇ ਜਾਰੀ ਹੋਇਆ ਸੀ, ਔਰ ਉਹ ਤੋਂ ਸਾਨੂੰ ਇਤਿਹਾਸ ਦਾ ਵੀ ਪਤਾ ਲੱਗੂਗਾ ਵੀ ਇਸ ਰਾਜੇ ਦਾ ਵੀ ਕਦੇ ਰਾਜ ਹੁੰਦਾ ਸੀ। ਯਾਨੀ ਕਿ ਇੱਕ ਆਪਾਂ ਗੁਰਬਾਣੀ ਵੀ ਆਪਾਂ ਨੂੰ ਕਹਿੰਦੀ ਹੈ ਕਿ ਅਮੀਰ ਬੰਦਾ ਉਹ ਹੈ ਜਿਹਦਾ ਜਿਹੜਾ ਦਿਲ ਦਰਿਆ ਹੋਵੇ ਤੇ ਜਿਹਨੂੰ ਮਨ ਦੀ ਸ਼ਾਂਤੀ ਹੋਵੇ, ਜਿਹਨੂੰ ਸੈਟੀਸਫੈਕਸ਼ਨ ਹੋਵੇ। ਤੁਹਾਨੂੰ ਮਤਲਬ ਮਨ ਦੇ ਵਿੱਚ ਇੱਕ ਸ਼ਾਂਤੀ ਹੈਗੀ ਹੈ ਕਿ ਤੁਸੀਂ ਵਿਰਾਸਤ ਮੈਨੂੰ ਮਨ ਦੇ ਵਿੱਚ ਮਤਲਬ ਸਕੂਨ ਹੈਗਾ ਵੀ ਹਾਂ ਵੀ ਮੈਂ ਵਿਰਾਸਤ ਸਾਂਭ ਰਿਹਾ ਵੀ ਜਿਹੜਾ, ਤਾਂ ਕਿ ਦੇਖੋ ਚਾਹੇ ਇਸ ਟਾਈਮ ਗੁਜ਼ਾਰਾ ਔਖਾ ਹੋ ਰਿਹਾ ਕਿਉਂਕਿ ਇਕੱਲਾ ਕਮਾਉਣ ਵਾਲਾ, ਪਰ ਫਿਰ ਵੀ ਕੁਛ ਮਨ ਦੇ ਵਿੱਚ ਇੱਕ ਜਜ਼ਬਾ ਆ ਵੀ ਆਪਾਂ ਆਪਦੀ ਵਿਰਾਸਤ ਨੂੰ ਸਾਂਭਣਾ ਆ, ਆਉਣ ਵਾਲੀ ਨਵੀਂ ਪੀੜ੍ਹੀ ਵਾਸਤੇ ਇਹ ਸਾਂਭ ਕੇ ਰੱਖਣਾ, ਤਾਂ ਕਿ ਉਹ ਆਉਣ ਵਾਲੀ ਨਵੀਂ ਪੀੜ੍ਹੀ ਇਹ ਕਹੇ ਵੀ ਇਹ ਸਾਡਾ ਵਿਰਸਾ ਆ, ਇਹ ਸਾਡਾ ਇਤਿਹਾਸ ਆ। ਹਾਂ ਸਰ, ਤੇ ਜਿਵੇਂ ਤੁਸੀਂ ਹੁਣੇ ਸਰਕਾਰਾਂ ਦੀ ਗੱਲ ਕੀਤੀ ਸੀ ਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਇਹ ਸਾਰੀਆਂ ਜਿਹੜੀਆਂ ਵਿਰਾਸਤਾਂ ਨੂੰ ਸਾਂਭਣਾ, ਜਿਹੜੀਆਂ ਦੇਸ਼ ਦੇ ਨਾਲ ਜੁੜੀਆਂ ਹੁੰਦੀਆਂ ਨੇ। ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਜਾਂ ਕਿਸੇ ਵਿਭਾਗ ਨੇ ਕਦੇ ਤੁਹਾਨੂੰ ਸੰਪਰਕ ਕੀਤਾ ਹੈ, ਕਦੇ ਕਿਸੇ ਮਦਦ ਵਾਸਤੇ, ਜਾਂ ਤੁਹਾਨੂੰ ਬੁਲਾਇਆ ਹੈ ਕਿਸੇ ਸਨਮਾਨ ਵਾਸਤੇ? ਅੱਜ ਤੱਕ ਮੈਂ ਹੁਣ ਤੱਕ 184 ਪ੍ਰਦਰਸ਼ਨੀਆਂ ਲਾ ਚੁੱਕਾ ਜੀ ਪੂਰੇ ਇੰਡੀਆ ਦੇ ਵਿੱਚ। ਪੰਜਾਬ, ਹਰਿਆਣਾ, ਰਾਜਸਥਾਨ ਤੱਕ ਵੀ ਮੈਂ ਪ੍ਰਦਰਸ਼ਨੀਆਂ ਲਾਈਆਂ ਨੇ। 184 ਪ੍ਰਦਰਸ਼ਨੀਆਂ ਦੇ ਵਿੱਚ ਦੇਖੋ 184 ਤਾਂ ਅਵਾਰਡ ਮੰਨ ਲਓ ਸਨਮਾਨ ਚਿੰਨ੍ਹ ਹੈਗੇ ਹੀ ਆਪਣੇ ਕੋਲੇ ਪਏ, ਉਸ ਤੋਂ ਵੱਧ ਕੇ ਵੀ ਹੋਰ ਵੀ ਪਏ ਨੇ। ਜਿਹੜੇ ਦੁੱਖ ਇਸ ਗੱਲ ਦਾ ਵੀ ਨਾ ਤਾਂ ਪੰਜਾਬ ਸਰਕਾਰ ਨੇ, ਨਾ ਸਾਡੇ ਸ਼ਹਿਰ ਦੇ ਕੋਈ ਕਿਸੇ MC ਨੇ, ਨਾ ਕਿਸੇ ਸ਼ਹਿਰ ਦੇ ਇਲਾਕੇ ਦੇ ਇਸ MLA ਜਾਂ MP ਨੇ ਅੱਜ ਤੱਕ ਕਦੇ ਸ਼ਾਬਾਸ਼ ਤੱਕ ਨਹੀਂ ਦਿੱਤੀ। ਇੱਥੋਂ ਤੱਕ ਕਿ ਦੁੱਖ ਇਸ ਗੱਲ ਦਾ ਵੀ ਆ, ਦੇਖੋ ਕੋਈ ਬੰਦਾ ਕਿਸੇ ਚੀਜ਼ ਦਾ ਭੁੱਖਾ ਨਹੀਂ ਹੁੰਦਾ। ਦੇਖੋ ਸ਼ਾਇਦ ਮੈਂ ਦਿਖਾਉਣਾ ਚਾਹੁੰਦਾ ਵੀ ਉਹ ਟਰੰਕ ਉੱਪਰ ਅਟੈਚੀ ਐਡਾ ਬੜਾ ਭਰਿਆ ਪਿਆ, ਹੁਣ ਐਡਾ ਬੜਾ ਬਕਸਾ ਟਰੋਫੀਆਂ ਦਾ ਭਰਿਆ, ਉਸ ਤੋਂ ਬਾਅਦ ਇਹ ਪੂਰੀ ਅਲਮਾਰੀ ਵੀ ਵਿੱਚ ਟਰੋਫੀਆਂ ਨਾਲ ਭਰੀ ਹੋਈ ਆ। ਉਹਦੇ ਵਿੱਚ ਜਿਹੜੀ ਅਲਮਾਰੀ ਆ ਉਹਦੇ ਵਿੱਚ ਵੀ ਟਰੋਫੀਆਂ ਭਰੀਆਂ, ਲਗਭਗ 250 ਟਰੋਫੀ ਮੇਰੇ ਕੋਲ ਘਰੇ ਪਈ ਆ। ਇਹ ਸਾਰੀ ਮਤਲਬ ਕਹਿ ਲਓ ਵੀ ਸਨਮਾਨ ਜਿਹੜੇ ਸ਼ਹਿਰ ਤੋਂ ਬਾਹਰੋਂ ਲੋਕਾਂ ਨੇ ਦਿੱਤੇ ਨੇ। ਮਤਲਬ ਆਪਦੇ ਸ਼ਹਿਰ ਦੇ ਵਿੱਚ ਕਿਸੇ ਨੇ ਨਹੀਂ ਪਛਾਣਿਆ, ਨਾ ਆਪਦੀ ਸਰਕਾਰ ਨੇ। ਮੇਰੇ ਆਪਦੇ ਸ਼ਹਿਰ ਦੇ ਵਿੱਚ ਲਗਭਗ 70-80 ਸੰਸਥਾਵਾਂ ਨੇ ਵੀ ਮੈਂ ਪ੍ਰਧਾਨ ਵਾਲੀ ਕਹਾਣੀ ਆ ਵੀ ਅੱਜ ਤੱਕ ਅਹਿਮਦਗੜ੍ਹ ਦੇ ਕਿਸੇ ਵੀ ਸੰਸਥਾ ਨੇ, ਅਹਿਮਦਗੜ੍ਹ ਦੇ ਕਿਸੇ ਵੀ MC ਨੇ ਕਦੇ ਵੀ ਕਿਸੇ ਫੰਕਸ਼ਨ 'ਤੇ, ਕਿਸੇ 26 ਜਨਵਰੀ 'ਤੇ, ਕਿਸੇ 15 ਅਗਸਤ 'ਤੇ ਕਦੇ ਕੋਈ ਸਨਮਾਨ ਨਹੀਂ ਦਿੱਤਾ। ਕੋਈ ਬੰਦਾ ਸਨਮਾਨ ਦਾ ਭੁੱਖਾ ਨਹੀਂ ਹੁੰਦਾ। ਦੇਖੋ ਜਦ 200-250 ਸਨਮਾਨ ਚਿੰਨ੍ਹ ਇੱਥੇ ਪਿਆ, ਹੁਣ ਤਾਂ ਚਾਹ ਲੈ ਗਏ, ਸਨਮਾਨ ਵਾਲੇ ਚਾਹ ਲੈ ਗਏ, ਪਰ ਇੱਕ ਘਰੋਂ ਜਿਹੜਾ ਹੌਸਲਾ ਮਿਲਣਾ
ਉਹ ਜ਼ਰੂਰੀ ਹੁੰਦਾ। ਦੇਖੋ ਬੰਦੇ ਦਾ ਜਿਹੜਾ ਖੂਨ ਵੱਧ ਜਾਂਦਾ ਹੁੰਦਾ ਹੈ, ਕਿਉਂਕਿ ਜਿਹੜਾ ਕੀ ਲੱਗਦਾ ਤੁਹਾਨੂੰ ਵੀ ਇਹ ਸਰਕਾਰਾਂ ਨੂੰ ਇਸ ਚੀਜ਼ ਦੀ ਕਦਰ ਨਹੀਂ ਹੈਗੀ ਜਾਂ ਆਪਣਿਆਂ ਨੂੰ ਇਸ ਚੀਜ਼ ਦੀ ਕਦਰ ਨਹੀਂ ਹੈਗੀ, ਕਿ ਕਾਰਨ ਕੀ ਹੋ ਸਕਦਾ? ਕਾਰਨ ਕੀ ਹੈ ਵੀ ਦੌੜ ਲੱਗੀ ਆ ਵੀ ਅਸੀਂ ਬਸ ਆਪਦੀਆਂ ਜੇਬਾਂ ਭਰੀਏ ਵੀ ਚਾਹੇ ਉਹ ਜੋ ਮਰਜ਼ੀ ਖਤਮ ਹੋ ਜੇ। ਹੁਣ ਇਹੀ ਗੱਲ ਸਿੱਖਾਂ ਦੇ ਵਿੱਚ ਵੀ ਆਉਂਦੀ ਆ ਵੀ ਸਿੱਖਾਂ ਨੂੰ ਸਿਰਫ ਆਪਣੇ ਤੱਕ ਹੀ ਮਤਲਬ ਰਹਿ ਗਿਆ। ਜਿਹੜੀਆਂ ਵਿਰਾਸਤਾਂ ਤੋੜ ਰਹੇ ਨੇ ਬਾਬੇ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਉੱਪਰ ਜਾ ਕੇ, ਵੀ ਉਹ ਆਪਣੀ ਵਿਰਾਸਤਾਂ ਨੂੰ ਬਚਾਉਣ ਲਈ ਕੋਈ ਕਾਰਜ ਨਹੀਂ ਕਰ ਰਹੇ। ਉਹਨਾਂ ਨੂੰ ਸਿਰਫ ਇਹ ਆ ਵੀ ਅਸੀਂ ਆਪਣਾ ਬਸ ਵੀ ਕੰਮ ਕਰੀਏ ਤੇ ਆਪਣਾ ਪਰਿਵਾਰ ਪਾਲੀਏ, ਬਸ ਇੱਥੇ ਤੱਕ ਹੀ ਸੀਮਿਤ ਰਹਿ ਗਏ। ਤੇ ਜੇ ਭਾਈ ਸਾਹਿਬ ਕੋਈ ਵੀ ਮਤਲਬ ਦੁਨੀਆ ਦੇ ਵਿੱਚ ਬਹੁਤ ਸਾਰੇ ਮਿਊਜ਼ੀਅਮ ਹੈਗੇ ਨੇ, ਭਾਰਤ ਦੇ ਵਿੱਚ ਵੀ ਬੜੇ ਮਿਊਜ਼ੀਅਮ ਨੇ, ਤੇ ਜੇ ਉਹ ਮਿਊਜ਼ੀਅਮ ਦੇ ਪ੍ਰਬੰਧਕ ਤੁਹਾਨੂੰ ਕਦੇ ਕੰਟੈਕਟ ਕਰਦੇ ਨੇ, ਜੇ ਤੁਹਾਡਾ ਖਜ਼ਾਨਾ ਉਹ ਉੱਥੇ ਸਜਾਉਣਾ ਚਾਹੁੰਦੇ ਨੇ, ਤੁਸੀਂ ਉਹਦੇ ਲਈ ਰਾਜ਼ੀ ਹੋਵੋਗੇ? ਮੈਂ ਜਿੰਨਾ ਵੀ ਮੇਰੇ ਕੋਲ ਸਿੱਕਾ ਕਲੈਕਟ ਕੀਤਾ ਹੋਇਆ ਹੈਗਾ, ਜਾਂ ਹੱਥ ਲਿਖਤ ਗ੍ਰੰਥ ਨੇ ਜਾਂ ਸ਼ਸਤਰ ਨੇ ਜਾਂ ਹੋਰ ਸਮਾਨ ਆ, ਰੇਅਰ ਤੋਂ ਰੇਅਰ ਮਤਲਬ ਜਿਹੜੀਆਂ ਚੀਜ਼ਾਂ ਨੇ, ਇਹ ਚੀਜ਼ਾਂ ਮੈਂ ਚਾਹੁੰਦਾ ਵੀ ਮੇਰੇ ਇਹ ਆਪਣੇ ਇਲਾਕੇ ਦੇ ਵਿੱਚ ਇੱਕ ਮਿਊਜ਼ੀਅਮ ਬਣੇ। ਵੀ ਕੋਈ ਸਪਾਂਸਰਡ ਕਰੇ, ਕੋਈ ਬਿਲਡਿੰਗ ਮੈਨੂੰ ਕੋਈ ਮਤਲਬ ਜਗ੍ਹਾ ਲੈ ਕੇ ਉਹਨੂੰ ਬਿਲਡਿੰਗ ਬਣਾ ਕੇ ਦੇਵੇ, ਆਪਾਂ ਇਹ ਸਾਰਾ ਸਮਾਨ ਉੱਥੇ ਡਿਸਪਲੇ ਕਰੀਏ ਵਧੀਆ ਢੰਗ ਨਾਲ, ਜਿਵੇਂ ਮਿਊਜ਼ੀਅਮ ਦੇ ਵਿੱਚ ਹੁੰਦਾ ਵੀ ਇਹ ਸਾਰਾ ਸਮਾਨ ਉੱਥੇ ਡਿਸਪਲੇ ਕਰੀਏ ਤੇ ਬਿਲਕੁਲ ਫ੍ਰੀ ਐਂਟਰੀ ਹੋਵੇ, ਵੀ ਤਾਂ ਕਿ ਬੱਚੇ ਨਵੀਂ ਪੀੜ੍ਹੀ ਆ ਉਹ ਇਸ ਵਿਰਾਸਤ ਤੋਂ ਜਾਣੂ ਹੋ ਸਕੇ। ਹੁਣ ਜੇ ਮੰਨ ਲਓ ਆਪਾਂ ਕਹਿ ਲਈ ਵੀ ਇੱਕ ਬੰਦਾ ਮੇਰੇ ਨਾਲ ਰਾਬਤਾ ਕਾਇਮ ਕੀਤਾ, ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮਿਊਜ਼ੀਅਮ ਬਣਾ ਦਿੰਦੇ ਆ ਪਰ ਟਿਕਟ ਰੱਖਾਂਗੇ। ਮੈਂ ਕਿਹਾ ਵੀ ਜਦੋਂ ਮੈਂ ਸਾਰੀ ਉਮਰ ਦੀ ਪੂੰਜੀ 28 ਸਾਲ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਪੈਸੇ ਆਪਣੀ ਜ਼ਿੰਦਗੀ ਦੀ ਕਮਾਈ ਲਾ ਕੇ ਮੈਂ ਕਲੈਕਸ਼ਨ ਕੀਤੀ ਹੋਈ ਆ, ਵੀ ਇਹ ਸਾਰੀ ਪੂੰਜੀ ਮੈਂ ਮਤਲਬ ਤੁਹਾਨੂੰ ਉਹੀ ਦੇ ਰਿਹਾ ਵੀ ਇੱਕ ਮਿਊਜ਼ੀਅਮ ਦੇ ਲਈ, ਤੇ ਇਹ ਫਿਰ ਟਿਕਟ ਵਾਲਾ ਚੱਕਰ ਇਹ ਗਲਤ ਆ। ਵੀ ਫਿਰ ਤਾਂ ਇਹਦਾ ਮਤਲਬ ਵੀ ਮੇਰੀ ਚੀਜ਼ ਬਣਾਈ ਹੋਈ ਮਿਹਨਤ ਦੇ ਉੱਪਰ, ਮੇਰੀ ਕੀਤੀ ਹੋਈ ਮਿਹਨਤ ਦੇ ਉੱਪਰ ਤੁਸੀਂ ਕਮਾਈ ਕਰਨੀ ਚਾਹੁੰਦੇ ਹੋ। ਕਿਉਂਕਿ ਮੈਂ ਚਾਹੁੰਦਾ ਵੀ ਕੋਈ ਬੰਦਾ ਇਹੋ ਜਿਹਾ ਮੈਨੂੰ ਮਿਲੇ ਵੀ ਉਹ ਟਿਕਟ ਨਾ ਹੋਵੇ, ਬਿਲਕੁਲ ਫ੍ਰੀ ਐਂਟਰੀ ਹੋਵੇ, ਤਾਂ ਕਿ ਹਰ ਬੰਦਾ ਮਤਲਬ ਬਿਲਕੁਲ ਭੱਜ ਕੇ ਆ ਕੇ ਵਿਰਾਸਤ ਨੂੰ ਦੇਖੇ। ਬਿਲਕੁਲ, ਔਰ ਇਹਦੇ ਲਈ ਅਸੀਂ ਖੁਦ ਵੀ ਖਾਲਸ ਟੀਵੀ ਵੱਲੋਂ ਸਰਕਾਰ ਨੂੰ ਹੀ ਅਪੀਲ ਕਰਾਂਗੇ। ਕੈਪਟਨ ਸਾਹਿਬ ਦੀ ਸਰਕਾਰ ਹੈ ਹੁਣ, ਅੱਗੇ ਪਤਾ ਨਹੀਂ ਕਿਹਦੀ ਆਉਣੀ ਹੈ, ਤਾਂ ਅਸੀਂ ਜ਼ਰੂਰ ਅਪੀਲ ਕਰਾਂਗੇ ਕਿ ਸਰਕਾਰ ਦੇ ਵੱਲੋਂ ਇਹ ਉਪਰਾਲਾ ਜ਼ਰੂਰ ਕੀਤਾ ਜਾਣਾ ਚਾਹੀਦਾ। ਭਾਈ ਪਰਮਿੰਦਰ ਸਿੰਘ ਨੇ ਕੰਮ ਤਾਂ ਸਾਰਾ ਕਰ ਦਿੱਤਾ, ਉਹਨੂੰ ਸਿਰਫ ਸਜਾ ਕੇ ਰੱਖਣ ਲਈ ਇੱਕ ਥਾਂ ਚਾਹੀਦੀ ਹੈ। ਇੰਨਾ ਜਿਹੜਾ 27 ਸਾਲਾਂ ਦੇ ਵਿੱਚ ਇਹਨਾਂ ਨੇ ਇੰਨਾ ਵਿਰਾਸਤ ਨੂੰ ਇਕੱਠਾ ਕੀਤਾ, ਕੋਈ ਸੌਖਾ ਨਹੀਂ ਹੁੰਦਾ, ਕੋਈ ਸਰਕਾਰੀ ਮੁਲਾਜ਼ਮ ਨਹੀਂ ਕਰ ਸਕਦਾ, ਕਿਉਂਕਿ ਕੰਮ ਸ਼ੌਂਕ ਨਾਲ ਹੁੰਦੇ ਨੇ। ਇਹ ਅਸੀਂ ਤਨਖਾਹਾਂ ਦੇ ਕੇ ਇਹ ਕੰਮ ਨਹੀਂ ਕਰਵਾ ਸਕਦੇ। ਇਹਨੂੰ ਸਿਰਫ ਸਜਾਉਣ ਦੇ ਲਈ ਕੀ ਸਰਕਾਰ ਇੰਨਾ ਕੁ ਵੀ ਨਹੀਂ ਕਰ ਸਕਦੀ? ਇਹ ਕਰਨਾ ਜਿਹੜਾ ਜ਼ਰੂਰ ਚਾਹੀਦਾ ਹੈ। ਤੇ ਭਾਈ ਸਾਹਿਬ, ਜੇ ਕੋਈ ਆਮ, ਜਿਵੇਂ ਹੁਣ ਅਸੀਂ ਇਹ ਟੈਲੀਕਾਸਟ ਕਰਨਾ ਹੈ, ਤੁਹਾਡੀ ਦਿਖਾ ਰਹੇ ਹਾਂ ਪ੍ਰਦਰਸ਼ਨੀ, ਜੇ ਕੋਈ ਆਮ ਲੋਕ ਤੁਹਾਡੇ ਘਰ ਦੇਖਣ ਆਉਣਾ ਚਾਹੁੰਦੇ ਨੇ, ਤੁਸੀਂ ਦਿਖਾਉਂਦੇ ਹੋ? ਹਾਂਜੀ, ਜਦੋਂ ਮਰਜ਼ੀ ਮੇਰੇ ਨਾਲ ਰਾਬਤਾ ਕਾਇਮ ਕਰਕੇ ਮੇਰੇ ਫ਼ੋਨ ਨੰਬਰ 98 148 10794 ਤੇ ਮੈਨੂੰ ਫ਼ੋਨ ਕਰਕੇ ਜਦੋਂ ਮਰਜ਼ੀ ਆ ਸਕਦੇ ਨੇ, ਤੇ ਮਤਲਬ ਜੀ ਆਇਆਂ ਨੂੰ ਆ। ਕਿਉਂਕਿ ਦੇਖੋ ਇਹ ਐਂ ਤਾਂ ਹੈ ਨਹੀਂ ਵੀ ਆਪਾਂ ਇਹਨਾਂ ਨੂੰ ਜਿੰਦੇ ਲਾ ਕੇ ਰੱਖੀਏ ਜਾਂ ਆਪਾਂ ਇਹਨਾਂ ਨੂੰ ਮਤਲਬ ਲੋਕਰਾਂ ਦੇ ਵਿੱਚ ਭਰ ਕੇ ਰੱਖ ਦਈਏ। ਜੇ ਮੰਨ ਲਓ ਕੋਈ ਆਉਣਾ ਚਾਹੁੰਦਾ ਭੈਣ ਭਾਈ, ਕੋਈ ਚੰਗੀ ਤਰ੍ਹਾਂ ਜਾਣਕਾਰੀ ਲੈਣਾ ਚਾਹੁੰਦਾ ਜਾਂ ਇਹਦੇ ਉੱਪਰ ਕੋਈ ਰਿਸਰਚ ਕਰਨੀ ਚਾਹੁੰਦਾ, ਤਾਂ ਜੀ ਆਇਆਂ ਨੂੰ ਜੀ। ਸੋ ਬਹੁਤ ਬਹੁਤ ਧੰਨਵਾਦ ਭਾਈ ਪਰਮਿੰਦਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਬਹੁਤ ਹੀ ਬੇਸ਼ਕੀਮਤੀ ਖਜ਼ਾਨਾ ਹੈ, ਪੋਥੀਆਂ ਤੇ ਸਿੱਕਿਆਂ ਦਾ ਖਜ਼ਾਨਾ ਹਾਲੇ ਆਪਾਂ ਤੁਹਾਨੂੰ ਦਿਖਾਇਆ ਹੈ। ਭਾਈ ਪਰਮਿੰਦਰ ਸਿੰਘ ਜੀ ਨੇ ਹੋਰ ਵੀ ਬਹੁਤ ਕੁਛ ਜਿਹੜੀਆਂ ਰੇਅਰ ਦੁਰਲੱਭ ਵਸਤੂਆਂ ਨੇ ਉਹ ਰੱਖੀਆਂ ਹੋਈਆਂ ਨੇ। ਸ਼ਸਤਰ ਨੇ ਜਿਹੜੇ ਉਹ ਵੀ ਪੁਰਾਣੇ ਹੈਗੇ ਨੇ, ਉਸ ਇੱਕ ਵੱਖਰੀ ਜਿਹੜੀ ਖਬਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਤੇ ਅਸੀਂ ਇਹ ਵੀ ਜ਼ਰੂਰ ਅਪੀਲ ਕਰਾਂਗੇ ਕਿ ਜੇ ਹਾਲੇ ਵੀ ਕਿਸੇ ਕੋਲ ਕੋਈ ਪੁਰਾਣੇ ਸਿੱਕੇ ਹੈਗੇ ਨੇ, ਪੋਥੀਆਂ ਹੈਗੀਆਂ ਨੇ ਜਿਹੜੀਆਂ ਤੁਸੀਂ ਖੁਦ ਨਹੀਂ ਸਾਂਭ ਸਕਦੇ, ਉਹਦੇ ਲਈ ਤੁਸੀਂ ਮੰਡੀ ਅਹਿਮਦਗੜ੍ਹ ਦੇ ਵਿੱਚ ਭਾਈ ਪਰਮਿੰਦਰ ਸਿੰਘ ਨੂੰ ਦੇ ਸਕਦੇ ਹੋ। ਇੱਕ ਆਖਰੀ ਸਵਾਲ ਪੁੱਛਾਂਗੀ ਕਿ ਹੁਣ ਤੱਕ ਜਿੰਨੇ ਸਿੱਕੇ ਜਾਰੀ ਹੋਏ ਨੇ, ਕੋਈ ਵੀ ਸਿੱਕਾ ਰਹਿ ਗਿਆ ਲੱਭਣ ਬੰਨਿਓ ਕਿ ਸਾਰੇ ਤੁਸੀਂ ਕਲੈਕਟ ਕਰ ਲਏ? ਜਿਹੜੇ ਰਾਜੇ ਮਤਲਬ ਬਹੁਤ ਘੱਟ ਟਾਈਮ ਰਹੇ, ਜਿਸ ਤਰ੍ਹਾਂ ਮੰਨ ਲਓ ਬੰਦਾ ਬਹਾਦਰ ਰਿਹਾ ਜਾਂ ਹੋਰ ਕਈ ਰਾਜੇ ਇਹੋ ਜਿਹੇ ਹੈਗੇ ਨੇ ਵੀ ਜਿਨ੍ਹਾਂ ਦੇ ਸਿੱਕਾ ਬਹੁਤ ਘੱਟ ਬਣੇ ਆ, ਜਾਂ ਕਹਿ ਲਓ ਵੀ ਉਹਨਾਂ ਦਾ ਸਿੱਕਾ ਢਾਲ ਦਿੱਤਾ ਗਿਆ। ਜਿਵੇਂ ਹੁਣ ਬਾਬਰ ਹੋ ਗਿਆ, ਬਾਬਰ ਦਾ ਜਿਹੜਾ ਸਿੱਕਾ ਉਹ ਨਹੀਂ ਮਿਲਦਾ ਜੀ, ਠੀਕ ਹੈ ਜੀ, ਬੰਦਾ ਬਹਾਦਰ ਦਾ ਸਿੱਕਾ ਨਹੀਂ ਮਿਲਦਾ। ਤੇ ਉਹ ਜਿਹੜੇ ਸਿੱਕੇ ਨੇ ਬਹੁਤ ਜਿਹੜੇ ਰੇਅਰ ਸਿੱਕਿਆਂ ਦੇ ਵਿੱਚੋਂ ਆ ਜਾਂਦੇ ਆ, ਉਹ ਸਿੱਕੇ ਮਤਲਬ ਨਹੀਂ ਹੈਗੇ ਮੇਰੇ ਕੋਲੇ। ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੀ ਸਾਰੇ ਸਿੱਕੇ ਢਾਲ ਦਿੱਤੇ ਗਏ ਸੀ? ਜੀ ਬਿਲਕੁਲ, ਉਹਨਾਂ ਦੇ ਨਾਮ ਮਾਤਰ ਸਿੱਕਾ ਸ਼ਾਇਦ ਕੁਝ ਮਤਲਬ 2-4 ਸਿੱਕੇ ਪੂਰੇ ਵਰਲਡ ਦੇ ਵਿੱਚ ਕਿਸੇ ਮਿਊਜ਼ੀਅਮ ਦੇ ਵਿੱਚ ਹੋਣ, ਪਰ ਸਿੱਕਾ ਬੰਦਾ ਬਹਾਦਰ ਦਾ ਨਹੀਂ ਮਿਲਿਆ। ਇਸ ਕਰਕੇ ਮਤਲਬ ਜਿਹੜੇ ਸਿੱਕੇ ਰੇਅਰ ਨੇ, ਜਿਸ ਤਰ੍ਹਾਂ ਆਹ ਸਿੱਕੇ ਮੈਂ ਦਿਖਾਉਣਾ ਚਾਹੁੰਦਾ, ਰਫੀ ਉਰ ਦੁਰਜਾਤ, ਇਹ ਸਿੱਕਾ ਜਿਹੜਾ ਇਹ ਰਾਜਾ ਜਿਹੜਾ ਇਹ 1 ਸਾਲ ਹੀ ਰਾਜ ਕੀਤਾ ਇਹਨਾਂ ਨੇ 1131 ਦੇ ਵਿੱਚ, ਤੇ ਇਹ ਸਿੱਕਾ ਵੀ ਆਪਣੇ ਕੋਲ ਹੈਗਾ। ਤੇ ਜਹਾਂਦਰ ਸ਼ਾਹ ਇਹ ਇਹਨਾਂ ਨੇ ਵੀ 1 ਸਾਲ ਰਾਜ ਕੀਤਾ 1124 ਦੇ ਵਿੱਚ, ਤੇ ਇਹ ਵੀ
ਜਿਹੜੇ ਇਹ ਜਿਹੇ ਸਿੱਕੇ ਨੇ ਮਤਲਬ ਰੇਅਰ ਸਿੱਕੇ ਜਾਂ ਕਹਿ ਲਈਏ ਵੀ ਇਹ ਸਿੱਕਾ ਪੈਸਾ ਸਿੱਖ ਪੈਸਾ। ਹਾਂਜੀ ਸਿੱਖ ਪੈਸਾ, ਇਹ ਜਿਹੜੇ ਨੇ ਸਿੱਖ ਪੈਸੇ ਇਸ ਤਰ੍ਹਾਂ ਜਿਵੇਂ ਕਾਪਰ ਦੇ ਆਪਾਂ ਦਿਖਾਏ ਉਹਦੇ ਨਾਲ ਦੇ ਨੇ। ਜਿਵੇਂ ਆਪਾਂ ਕਹਿ ਲਈਏ ਵੀ ਸੂਰੀ ਵੰਸ਼, ਆਪਾਂ ਕਹਿੰਦੇ ਆ ਵੀ ਸ਼ੇਰ ਸ਼ਾਹ ਸੂਰੀ। ਸ਼ੇਰ ਸ਼ਾਹ ਸੂਰੀ ਦੇ ਵਿੱਚ ਆਪਾਂ ਜ਼ਿਆਦਾਤਰ ਜਿਹੜਾ ਸੂਰੀ ਡਾਇਨੈਸਟੀ ਦੇ ਵਿੱਚ ਸ਼ੇਰ ਸ਼ਾਹ ਨੂੰ ਹੀ ਜਾਣਦੇ ਆ ਸਾਰੇ। ਸ਼ੇਰ ਸ਼ਾਹ ਸੂਰੀ ਤੋਂ ਬਾਅਦ ਜਿਹੜੇ ਆਏ ਨੇ ਜਾਂ ਪਹਿਲਾਂ ਆਏ ਉਹਨਾਂ ਦੇ ਵਿੱਚ ਆਉਂਦਾ ਸ਼ੇਰ ਸ਼ਾਹ ਸੂਰੀ, ਇਸਲਾਮ ਸ਼ਾਹ ਸੂਰੀ, ਆਦਲ ਸ਼ਾਹ ਸੂਰੀ। ਇਹ ਜਿਹੜੇ ਸਿੱਕੇ ਨੇ ਮਤਲਬ ਕਹਿ ਲਓ ਮਿਲ ਜਾਂਦੇ ਨੇ। ਜਿਹੜਾ ਜਾਨੀ ਬਹੁਤ ਜ਼ਿਆਦਾ ਰੇਅਰ ਸਿੱਕੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਸਿਕੰਦਰ ਸੂਰੀ ਤੇ ਇਬਰਾਹਿਮ ਸੂਰੀ, ਇਹ ਜਿਹੜੇ ਰੇਅਰ ਸਿੱਕੇ ਨੇ ਇਹ ਵੀ ਮੇਰੇ ਕੋਲ ਮੇਰੀ ਕਲੈਕਸ਼ਨ 'ਚ ਹੈਗੇ। ਯਾਨੀ ਕਿ ਜਿਹੜਾ ਸੂਰੀ ਡਾਇਨੈਸਟੀ ਦੇ ਵਿੱਚ 5 ਰਾਜੇ ਹੋਏ ਨੇ, ਸ਼ੇਰ ਸ਼ਾਹ ਸੂਰੀ, ਆਦਲ ਸ਼ਾਹ ਸੂਰੀ, ਇਸਲਾਮ ਸ਼ਾਹ ਸੂਰੀ ਤੇ ਸਿਕੰਦਰ ਸੂਰੀ ਤੇ ਇਬਰਾਹਿਮ ਸੂਰੀ, ਇਹ ਸਾਰੇ ਮੇਰੇ ਕੋਲ ਹੈ। ਤੇ ਅੰਗਰੇਜ਼ਾਂ ਨੇ ਜਦੋਂ ਰਾਜ ਕੀਤਾ ਸੀ ਭਾਰਤ ਤੇ ਉਹਨਾਂ ਨੇ ਵੀ ਸਿੱਕੇ ਜਾਰੀ ਕੀਤੇ ਸੀ, ਉਹ ਵੀ ਹੈਗੇ ਨੇ ਤੁਹਾਡੇ ਕੋਲ? ਹਾਂਜੀ ਅੰਗਰੇਜ਼ਾਂ ਵਾਲੇ ਵੀ ਹੈਗੇ ਜੀ ਸਾਰੇ। ਤੇ ਜਿਹੜੇ ਆਪਣੇ ਇੰਡੀਆ ਦੇ ਜਾਨੀ ਐਰਰ ਕੋਇਨ ਨੇ ਉਹ ਵੀ ਮੈਂ ਕਲੈਕਟ ਕਰਦਾ ਜੀ, ਜਿਹਦੇ ਵਿੱਚ ਮੰਨ ਲਓ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸ ਪੈ ਜਾਂਦਾ ਸਿੱਕੇ ਦੇ ਵਿੱਚ, ਜਾਨੀ ਐਕਸਟਰਾ ਮੈਟਲ ਲੱਗ ਜਾਂਦਾ ਜਾਂ ਜਿਹੜਾ ਠੱਪਾ ਡਾਈ ਆ ਉਹ ਡਾਈ ਸਾਈਡ ਤੇ ਲੱਗ ਜਾਂਦੀ ਆ, ਤੇ ਉਸ ਤਰ੍ਹਾਂ ਦੇ ਜਿਹੜੇ ਐਰਰ ਕੋਇਨ ਉਹ ਵੀ ਮੈਂ ਕਲੈਕਟ ਕਰਦਾ, ਐਰਰ ਨੋਟ ਵੀ ਮੈਂ ਕਲੈਕਟ ਕਰਦਾ। ਤੇ ਇਹ ਜਿਹੜੇ ਦੇਖ ਰਹੇ ਆ ਅਸੀਂ 2 ਰੁਪਏ, ਇਹ ਸਿੱਕੇ ਨੂੰ ਅਸੀਂ ਪਛਾਣਦੇ ਆ। ਹਾਂਜੀ ਇਹ ਜਿਹੜਾ ਥੋੜੀ ਜਿਹੀ ਡਾਈ ਸਾਈਡ ਤੇ ਲੱਗੀ ਹੋਈ ਆ ਜੀ। ਜਿਸ ਤਰ੍ਹਾਂ ਹੁਣ ਆਹ ਸਿੱਕਾ ਆਪਾਂ ਹੈਗਾ, ਇਹਦੇ 'ਚ ਤੁਹਾਨੂੰ ਥੋੜਾ ਜਿਹਾ ਮੈਂ ਨੇੜਿਓਂ ਕਰਕੇ ਦਿਖਾਉਣਾ ਚਾਹੁੰਦਾ। ਜਿਸ ਤਰ੍ਹਾਂ ਸਿੱਕਾ ਦੇਖੋ, ਇਹਦੇ ਸਾਈਡ ਤੇ ਇੱਥੇ ਐਕਸਟਰਾ ਮੈਟਲ ਆ ਜੀ। ਮਤਲਬ ਇਹ ਚੱਲਦੇ ਨਹੀਂ? ਨਹੀਂ ਚੱਲਦਾ ਜੀ। ਇਹ ਜਾਨੀ ਕਿ ਗਵਰਨਮੈਂਟ ਦੀਆਂ ਨਲਾਇਕੀਆਂ ਕਹਿ ਸਕਦੇ ਆ ਜਾਂ ਮਿੰਟ ਦੀਆਂ ਨਲਾਇਕੀਆਂ ਕਹਿ ਸਕਦੇ ਆ। ਤੇ ਇਹਦੇ 'ਚ ਮੇਰੇ ਕੋਲ ਐਰਰ ਨੋਟਾਂ ਦੀ ਵੀ ਕਲੈਕਸ਼ਨ ਹੈਗੀ ਆ, ਜਿਹਦੇ 'ਚ ਐਰਰ ਕਟਿੰਗ ਨੋਟ, ਵੀ ਜਿਹੜਾ ਨੋਟ ਕਟਿੰਗ ਹੁੰਦਾ ਉਹ ਕਟਿੰਗ ਹੋਣ ਵੇਲੇ ਜਾਨੀ ਕਿ ਥੱਲੇ ਨੂੰ ਕਰਕੇ ਕਟਿੰਗ ਹੋ ਗਿਆ, ਜਾਨੀ ਉਹਦਾ ਅੱਧਾ ਹਿੱਸਾ ਕੱਟ ਹੋ ਗਿਆ ਥੱਲੋਂ, ਅੱਧਾ ਹਿੱਸਾ ਜਾਨੀ ਉੱਪਰਲੇ ਨੋਟ ਦਾ ਨਾਲ ਵਿੱਚ ਆ ਗਿਆ। ਜਿਹੜਾ ਨੋਟ ਦਾ ਸਾਈਜ਼ ਆ ਉਹ ਸੇਮ ਆ। ਨੋਟਾਂ ਦੇ ਵਿੱਚ ਜਿਹੜੀਆਂ ਗਲਤੀਆਂ ਨੇ ਉਹ ਵੀ ਤੁਸੀਂ ਕਲੈਕਟ ਕਰਦੇ ਹੋ। ਇੱਕ ਭਾਈ ਸਾਹਿਬ ਹੁਣ ਥੋੜੀ ਜਿਹੀ ਗੱਲ ਹੋਰ ਅੱਗੇ ਵੱਧ ਗਈ ਹੈ, ਜਿਹੜੇ ਵੱਡੇ ਸਿੱਕੇ ਹੈਗੇ ਨੇ ਇਹਨਾਂ ਤੇ ਲਿਖਿਆ ਹੋਇਆ ਟੋਕਨ, ਇਹ ਕੀ ਨੇ? ਹਾਂਜੀ ਜਿਸ ਤਰ੍ਹਾਂ ਕਈ ਵਾਰੀ ਕਿਸੇ ਕੋਲੇ ਸਿੱਕਾ ਹੁੰਦਾ, ਉਹ ਗੁਰੂ ਨਾਨਕ ਦੇਵ ਜੀ ਦੀ ਬਾਲਾ ਮਰਦਾਨਾ ਦੀ ਫੋਟੋ ਬਣੀ ਹੁੰਦੀ ਆ ਤੇ ਬੈਕ ਸਾਈਡ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਬਣੀ ਹੁੰਦੀ ਆ, ਉਹਨੂੰ ਆਪਾਂ ਕਹਿ ਦਿੰਦੇ ਆ ਟੋਕਨ। ਕਈ ਬੰਦੇ ਈਬੇ ਤੇ ਜਾਂ ਹੋਰ ਲੋਕ ਮਤਲਬ ਕਈ ਵੈਬਸਾਈਟਾਂ ਤੇ ਪਾ ਕੇ ਉਹ ਟੋਕਨ ਹੁੰਦਾ। ਗੁਰੂ ਨਾਨਕ ਦੇਵ ਜੀ ਬੈਠੇ ਨੇ, ਬਾਲਾ ਮਰਦਾਨਾ ਬੈਠਾ ਤੇ ਆ ਜੋੜੇ ਪਏ ਨੇ, ਕਰਮੰਡਲ ਪਿਆ, ਸਾਰਾ ਬਣਿਆ ਹੋਇਆ। ਇਹਦੇ ਬੈਕ ਸਾਈਡ ਬਣਿਆ ਹੁੰਦਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਨਾਲ। ਕਈਆਂ ਦੇ 7 ਕਰਤਾਰ ਲਿਖਿਆ ਹੁੰਦਾ, ਕਈਆਂ ਦੇ ਥੱਲੇ ਸੰਨ ਹੁੰਦਾ, ਕਈਆਂ ਦੇ ਨਹੀਂ ਹੁੰਦਾ, ਤੇ ਕਈਆਂ ਦੇ ਮਤਲਬ ਇਸ ਤਰ੍ਹਾਂ ਦਾ ਮੰਤਰ ਵੀ ਬਣਿਆ ਹੁੰਦਾ 13 ਵਾਲਾ, ਜਾਂ ਕਿਸੇ ਦੇ ਮੂਲ ਮੰਤਰ ਲਿਖਿਆ ਹੁੰਦਾ। ਇਸ ਤਰ੍ਹਾਂ ਦੇ ਜਿਹੜੇ ਟੋਕਨ ਨੇ, ਇਹ ਟੋਕਨ ਅੱਜ ਤੋਂ ਜਿਹਨੀ ਕਹਿ ਲਈਏ ਵੀ 100-150 ਸਾਲ ਪਹਿਲਾਂ, 200 ਸਾਲ ਪਹਿਲਾਂ ਜਿਵੇਂ ਕਿਸੇ ਦੀ ਇੱਛਾ ਪੂਰੀ ਹੋ ਜਾਂਦੀ ਸੀ, ਕੋਈ ਸਿੱਖ ਬੰਦਾ ਆ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਫੋਟੋ ਵਾਲੇ ਟੋਕਨ ਬਣਾ ਕੇ, ਉਸ ਤਰ੍ਹਾਂ ਦੇ ਕਹਿ ਲਓ ਸਿੱਕੇ ਬਣਾ ਕੇ ਸੁਨਿਆਰਾਂ ਤੋਂ, ਲੋਕਲ ਸੁਨਿਆਰਾਂ ਤੋਂ ਉਹ ਸਿੱਕਾ ਜਿਹੜਾ ਗੁਰਦੁਆਰੇ ਦੇ ਵਿੱਚ ਉਹ ਦੇ ਆਉਂਦੇ ਸੀ। ਉਹ ਇੱਕ ਖੁਸ਼ੀਨਾਮੇ ਵੀ ਹਾਂ ਵੀ ਗੁਰੂ ਦੀ ਬਖਸ਼ਿਸ਼ ਨਾਲ ਵੀ ਸਾਡਾ ਕੰਮ ਆਹ ਰਾਸ ਹੋ ਗਿਆ, ਵੀ ਆਹ ਉਹ ਜਿਹੇ ਉਹਨਾਂ ਦੀ ਫੋਟੋ ਵਾਲੇ ਸਿੱਕੇ ਗੁਰਦੁਆਰਾ ਸਾਹਿਬ 'ਚ ਦੇ ਆਉਂਦੇ ਸੀ। ਕਰੰਸੀ ਨਹੀਂ ਹੁੰਦੀ ਸੀ, ਕਰੰਸੀ ਨਹੀਂ ਹੁੰਦੀ। ਕਰੰਸੀ ਸਿੱਕਾ ਤਾਂ ਆਪਾਂ ਉਹਨੂੰ ਕਹਿ ਸਕਦੇ ਹਾਂ ਨਾ ਜਿਹਦੇ ਉੱਪਰ ਉਹਦੀ ਡਿਨੋਮੀਨੇਸ਼ਨ ਲਿਖੀ ਹੋਈ ਹੈ, ਉਹਦੀ ਵੈਲਿਊ ਲਿਖੀ ਆ, ਚਾਹੇ ਉਹ ਅੱਧਾ ਪੈਸਾ ਆ ਜੀ, ਚਾਹੇ ਉਹ ਅੱਧਾ ਆਨਾ, ਚਾਹੇ 1 ਆਨਾ, ਚਾਹੇ 2 ਆਨਾ, ਜਿਹਦੇ ਉੱਪਰ ਉਹਦੀ ਵੈਲਿਊ ਲਿਖੀ ਆ ਸਿੱਕਾ ਉਹ ਕਹਾਊਗਾ ਜੀ। ਜਿਹੜਾ ਜਾਨੀ ਕਿ ਗੁਰੂ ਨਾਨਕ ਸਾਹਿਬ ਜਾਂ ਹਿੰਦੂ ਦੇਵੀ ਦੇਵਤਿਆਂ ਵਾਲਾ, ਰਾਮਚੰਦਰ ਲਛਮਣ ਵਾਲਾ, ਜਾਂ ਸ਼ਿਵਜੀ ਵਾਲਾ, ਪਾਰਵਤੀ ਵਾਲਾ, ਜਾਂ ਕਾਲੀ ਮਾਤਾ ਵਾਲਾ, ਉਹ ਟੋਕਨ ਹੁੰਦਾ ਜੀ। ਉਹ ਜਾਨੀ ਜਦੋਂ ਗੁਰਦੁਆਰੇ ਮੰਦਿਰ ਦੇ ਆਉਂਦੇ ਸੀ, ਹਰੇਕ ਜਿਹੋ ਜਿਹੇ ਧਰਮ ਹੁੰਦਾ ਸੀ ਉਸ ਬੰਦੇ ਦਾ ਜਿਹਦੀ ਇੱਛਾ ਪੂਰੀ ਹੁੰਦੀ ਸੀ, ਉਹ ਕੀ ਹੁੰਦਾ ਸੀ ਪ੍ਰਸ਼ਾਦ ਦੇ ਨਾਲ ਇੱਕ ਸਿੱਕਾ ਦੇ ਦਿੰਦੇ ਸੀ। ਉਹ ਸਿੱਕਾ ਜਿਹੜਾ ਕਹਿ ਲਈਏ ਸਿੱਕਾ ਕਹਿ ਸਕਦੇ ਹਾਂ ਆਪਾਂ, ਚਲੋ ਇੱਕ ਜਵਾਨ ਦੇ ਉੱਪਰ ਆਪਣਾ ਸਿੱਕਾ ਕਹਿ, ਉਹ ਟੋਕਨ ਹੁੰਦੇ ਤੇ ਅੱਜ ਵੀ ਉਹ ਕਿਤੇ ਨਾ ਕਿਤੇ ਟੋਕਨ ਮਿਲਦਾ ਸੀਗਾ। ਉਹ ਆਪਣਾ ਪ੍ਰਸ਼ਾਦ ਦੇ ਨਾਲ ਮਿਲਣ ਕਰਕੇ, ਗੁਰੂ ਘਰ ਦੇ ਵਿੱਚੋਂ ਜਾਂ ਮੰਦਿਰ ਚੋਂ ਮਿਲਣ ਕਰਕੇ, ਉਹ ਫਿਰ ਬੰਦਾ ਕਹਿੰਦਾ ਵੀ ਮੈਨੂੰ ਪ੍ਰਸ਼ਾਦ ਦੇ ਨਾਲ ਮਿਲਿਆ, ਪ੍ਰਸ਼ਾਦ ਦੇ ਰੂਪ 'ਚ ਮਿਲਿਆ, ਉਹ ਬੰਦਾ ਸਾਂਭ ਕੇ ਆਪਣੇ ਗੱਲੇ 'ਚ ਜਾਂ ਜਿੱਥੇ ਆਪਣਾ ਉਹਦਾ ਪੈਸਾ ਧੇਲਾ ਹੁੰਦਾ ਸੀ ਉੱਥੇ ਰੱਖ ਲੈਂਦਾ ਸੀਗਾ। ਇਹ ਜਸਟ ਇੱਕ ਟੋਕਨ ਹੈ, ਇਹਨੂੰ ਬਲੈਸਿੰਗ ਟੋਕਨ ਵੀ ਕਹਿ ਸਕਦੇ ਹਾਂ ਆਪਾਂ। ਬਿਲਕੁਲ, ਇਹ ਅੱਜ ਵੀ ਖਾਸ ਕਰਕੇ ਹਿੰਦੂ ਭਾਈਚਾਰੇ ਵੱਲੋਂ ਅੱਜ ਵੀ ਇਹ ਆਪਣੇ ਰਸਮਾਂ ਰਿਵਾਜ਼ਾਂ ਦੇ ਵਿੱਚ ਹੈ ਜਿਹੜਾ ਉਹ ਵਰਤਿਆ ਜਾਂਦਾ। ਇੱਕ ਭਾਈ ਸਾਹਿਬ ਮੈਂ ਦੇਖ ਰਹੀ ਸੀ ਕਿ ਜਿਵੇਂ ਐਂ ਲੱਗਦਾ ਕਿ ਉਹਦੀ ਕਾਪੀ ਹੈ, ਸਿੱਕਿਆਂ ਦੀ ਕਾਪੀ ਹੈ, ਉਹ ਤੁਸੀਂ ਲਿਖਿਆ ਵੀ ਹੋਇਆ, ਮੈਂ ਹੁਣ ਦੇਖ ਨਹੀਂ ਪਾ ਰਹੀ ਕਿੱਥੇ ਹੈ। ਇਹ ਕਾਪੀ ਦਾ ਕੀ ਮਤਲਬ ਹੈ? ਜਿਸ ਤਰ੍ਹਾਂ ਪਟਿਆਲਾ ਰਿਆਸਤ ਸੀ, ਪਟਿਆਲਾ ਰਿਆਸਤ ਦੇ ਵਿੱਚ ਵੀ ਜਿਹੜੇ ਸਿੱਕੇ ਸੀ ਨਾ, ਉਹਨਾਂ ਟਾਈਮਾਂ ਦੇ ਵਿੱਚ ਜਿਹੜੀਆਂ ਡਾਈਆਂ ਚੋਰੀ ਕਰ ਲੈਂਦੇ ਸੀ, ਜਿਹੜੇ ਅੰਦਰ ਟਕਸਾਲ ਦੇ ਵਿੱਚ ਬੰਦੇ ਹੁੰਦੇ ਸੀਗੇ, ਉਹ ਕਈ ਵਾਰੀ ਡਾਈ ਚੋਰੀ ਕਰਕੇ ਲੈ ਜਾਣੇ। ਉਹੀ ਡਾਈ ਜਿਹੜੀ ਚਾਂਦੀ ਦਾ ਸਿੱਕਾ ਬਣਦਾ ਸੀ, ਉਹੀ ਡਾਈ ਨਾਲ ਕਾਪਰ ਦਾ ਸਿੱਕਾ ਬਣਾ ਦਿੰਦੇ ਸੀ, ਉਹਦੇ ਉੱਪਰ ਚਾਂਦੀ ਦੀ ਝਾਲ ਫੇਰ ਦਿੰਦੇ ਸੀ। ਚਾਂਦੀ ਦੀ ਜਦੋਂ ਝਾਲ ਫੇਰਤੀ, ਉਹ ਡਾਈ ਤਾਂ ਸੇਮ ਆ, ਸਿੱਕੇ ਨੇ ਬਣਨਾ ਵੀ ਸੇਮ ਆ,
ਪਰ ਉਹ ਨਕਲੀ ਹੁੰਦਾ ਸੀ, ਮਤਲਬ ਕਾਪਰ ਦੇ ਉੱਪਰ ਚਾਂਦੀ ਦੀ ਝਾਲ ਫੇਰ ਦਿੰਦੇ ਸੀ। ਯਾਨੀ ਕਿ ਜੋ ਜਾਲੀ ਕਰੰਸੀ ਅੱਜ ਹੈ ਉਹ ਪਹਿਲਾਂ ਵੀ ਹੁੰਦੀ ਸੀ। ਪਹਿਲਾਂ ਵੀ ਚੱਲਦੀ ਸੀ, ਹਾਂਜੀ। ਮਲੇਰਕੋਟਲਾ ਰਿਆਸਤ ਤੇ ਪਟਿਆਲਾ ਰਿਆਸਤ ਦੇ ਵਿੱਚ ਇਹ ਜਿਹੜੀ ਇਸ ਤਰ੍ਹਾਂ ਦੀ ਕਰੰਸੀ ਦੋ ਫੜੀ ਗਈ ਸੀ। ਉਸ ਤੋਂ ਬਾਅਦ ਉਹ ਜਿਹੜੇ ਬੰਦੇ ਸੀਗੇ, ਉਹ ਟਕਸਾਲ ਦੇ ਵਿੱਚ ਬੰਦੇ ਕੰਮ ਕਰਦੇ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ, ਫਿਰ ਉਹਨਾਂ ਨੂੰ ਚੌਂਕ ਦੇ ਵਿੱਚ ਖੜਾ ਕੇ ਸਜ਼ਾਏ ਮੌਤ ਵੀ ਹੋਈ ਸੀ। ਸੋ ਉਹ ਵੀ ਜਿਹੜੇ ਸਿੱਕੇ ਨੇ ਤੁਸੀਂ ਕਲੈਕਟ ਕਰਦੇ ਹੋ। ਸੋ ਇਹਨਾਂ ਦੇ ਰੈਪਲੀਕਾ ਸਿੱਕੇ ਕਹਿ ਸਕਦੇ ਹਾਂ। ਬਿਲਕੁਲ। ਸੋ ਭਾਈ ਪਰਮਿੰਦਰ ਸਿੰਘ ਨੇ ਸਾਨੂੰ ਬਹੁਤ ਹੀ ਵੱਡਮੁੱਲੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਹੈ ਤੇ ਬੇਸ਼ਕੀਮਤੀ ਖਜ਼ਾਨਾ ਵੀ ਦਿਖਾਇਆ ਹੈ ਤੇ ਜ਼ਰੂਰ ਅਸੀਂ ਆਸ ਕਰਦੇ ਹਾਂ ਕਿ ਜੋ ਅਸੀਂ ਮੰਗ ਕੀਤੀ ਹੈ ਇਸ ਸਾਰੀ ਜਿਹੜੀ ਪੇਸ਼ਕਾਰੀ ਨੂੰ ਦਿਖਾ ਕੇ ਪੰਜਾਬ ਸਰਕਾਰ ਤੋਂ ਜਾਂ ਕੋਈ ਵੀ ਇਹੋ ਜਿਹਾ ਸੱਜਣ ਜਿਹੜਾ ਮੰਨਦਾ ਹੈ ਵਿਰਾਸਤ ਨੂੰ ਜਾਂ ਫਿਰ ਸਮਝਦਾ ਹੈ ਕਿ ਵਿਰਾਸਤ ਹੁੰਦੀ ਕੀ ਹੈ, ਉਹ ਜ਼ਰੂਰ ਇਸ ਨੂੰ ਮਿਊਜ਼ੀਅਮ ਦਾ ਰੂਪ ਦੇਣ ਦੇ ਵਿੱਚ ਭਾਈ ਪਰਮਿੰਦਰ ਸਿੰਘ ਦੀ ਮਦਦ ਜ਼ਰੂਰ ਕਰਨ, ਕਿਉਂਕਿ ਕਿਰਤੀ ਸਿੱਖ ਨੇ ਤੇ ਆਪਣੀ ਜਿਹੜੀ ਹੈ ਸਾਰੀ ਪੂੰਜੀ ਇਹਨਾਂ ਨੇ ਇਸ ਖਜ਼ਾਨੇ ਨੂੰ ਕਲੈਕਟ ਕਰਨ ਦੇ ਵਿੱਚ ਵੀ ਲਾਈ ਹੈਗੀ ਹੈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਮੰਡੀ ਅਹਿਮਦਗੜ੍ਹ ਤੋਂ ਖਾਸ ਰਿਪੋਰਟ।